ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਹਰਦੀਪ ਸਿੰਘ। ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਇੱਕ ਨਵੀਂ ਜਿਹੜੀ ਹੈਗੀ ਆ ਕੰਪਨੀ ਸਟਾਰਟ ਕੀਤੀ, ਦੈਟ ਇਜ਼ ਹਰਨਿਧ ਓਵਰਸੀਜ਼ ਪਾਥਵੇ ਐਜੂਕੇਸ਼ਨ। ਹਰਨਿਧ ਓਵਰਸੀਜ਼ ਪਾਥਵੇ ਐਜੂਕੇਸ਼ਨ ਇਜ਼ ਜਿਹੜੀ HOPE ਹੋਪ ਮਤਲਬ ਉਮੀਦ ਦੀ ਕਿਰਨ। ਉਹਨਾਂ ਸਾਰੇ ਸਟੂਡੈਂਟਸ ਦੇ ਲਈ ਜਿਹੜੇ ਬੱਚੇ ਉਹ ਸਟੂਡੈਂਟ ਜਿਹੜੇ ਤਕਰੀਬਨ ਲੋਅਰ ਪ੍ਰੋਫਾਈਲ ਕਰਕੇ ਇਸ ਵੇਲੇ ਪਰੇਸ਼ਾਨ ਚੱਲਦੇ ਪਏ ਆ। ਕੋਵਿਡ ਕਰਕੇ ਉਹਨਾਂ ਨੂੰ ਪਰੇਸ਼ਾਨੀ ਚੱਲਦੀ ਪਈ ਆ। ਇਸ ਕਰਕੇ ਉਹਨਾਂ ਦੇ ਲਈ ਜਿਹੜੀ ਅਸੀਂ ਬੈਸਟ ਪੋਸੀਬਿਲਿਟੀਜ਼ ਕੀ ਲੈ ਕੇ ਆਏ ਹਾਂ ਉਹਦੇ ਬਾਰੇ ਤੁਹਾਡੇ ਨਾਲ ਡਿਸਕਸ ਕਰਾਂਗੇ। ਅੱਜ ਦਾ ਜਿਹੜਾ ਲਾਈਵ ਹੈ ਉਹ ਬੜਾ ਇੰਪੋਰਟੈਂਟ ਲਾਈਵ ਹੈ ਉਹਨਾਂ ਬੱਚਿਆਂ ਦੇ ਲਈ ਜਿਹੜੇ ਬੱਚਿਆਂ ਨੇ UK ਸਟੂਡੈਂਟ ਵੀਜ਼ਾ ਲਈ ਜਾਣਾ ਹੈਗਾ। UK ਸਟੂਡੈਂਟ ਵੀਜ਼ਾ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਬੱਚਿਆਂ ਨੂੰ ਬਹੁਤ ਸਾਰੇ ਇਹ ਵਹਿਮ ਹੈਗਾ, ਭੁਲੇਖਾ ਹੈਗਾ, ਡਾਊਟਫੁਲ ਹੈਗਾ ਕਿ UK ਪੱਕਾ ਨਹੀਂ ਕਰਦਾ। UK ਸਰ ਕੀ ਕਰਨਾ ਜਾ ਕੇ UK ਪੱਕਾ ਨਹੀਂ ਕਰਦਾ। ਦੋਸਤੋ, UK ਦੇ ਫਾਇਦੇ ਜਿਹੜੇ ਅੱਜ ਦੇ ਮੇਰਾ ਜਿਹੜਾ ਲਾਈਵ ਹੋਏਗਾ, ਜਿਹੜੇ ਬੱਚਿਆਂ ਦੇ ਪ੍ਰੋਫਾਈਲ ਵੀਕ ਹੈ, ਜਿਹੜੇ ਕੈਨੇਡਾ ਨਹੀਂ ਕਰ ਪਾ ਰਹੇ ਡਿਊ ਟੂ ਸੋ ਮੈਨੀ ਰੀਜ਼ਨਸ। ਵੈਸੇ ਤਾਂ ਲਾਸਟ ਤੁਹਾਡਾ ਮੈਂ ਕੱਲ੍ਹ ਲਾਈਵ ਹੋਇਆ ਸੀ ਕੈਨੇਡਾ ਸਟੂਡੈਂਟ ਵੀਜ਼ਾ, ਤੇ ਉਹਦਾ ਮੈਂ ਥੋੜਾ ਜਿਹਾ ਤੁਹਾਨੂੰ ਬਰੀਫ ਕਰ ਦਿੰਦਾ ਕਿ ਕੈਨੇਡਾ ਸਟੂਡੈਂਟ ਵੀਜ਼ਾ ਓਵਰਆਲ ਤੁਹਾਡੇ 6 ਬੈਂਡ ਆ, 2 ਚੋਂ 5.5 ਹੈਗੇ ਆ ਜਾਂ 3 ਚੋਂ ਵੀ 5.5 ਹੈਗੇ ਆ। ਤੁਹਾਨੂੰ ਆਪਸ਼ਨਸ ਦਿੱਤੀ ਜਾ ਸਕਦੀ ਹੈ। ਕੈਨੇਡਾ ਦੇ ਬਹੁਤ ਅੱਛੇ ਕਾਲਜਸ ਸਾਡੇ ਕੋਲ ਮੌਂਟਰੀਅਲ ਦੇ ਵਿੱਚ ਕਾਲਜਸ ਵੀ ਹੈਗੇ ਆ, ਈਵਨ ਟੋਰਾਂਟੋ, ਬਰੈਂਪਟਨ, ਵੈਨਕੂਵਰ ਵਾਲੀ ਸਾਈਡ ਦੇ ਵਿੱਚ ਵੀ ਤੁਹਾਨੂੰ ਸਾਡੇ ਕੋਲ ਗਵਰਨਮੈਂਟ ਇੰਸਟੀਚਿਊਟ ਜਿਹੜੇ ਹੈਗੇ ਤੁਹਾਨੂੰ ਓਵਰਆਲ 6 ਐਂਡ 5.5 ਈਚ ਦੇ ਨਾਲ ਤੁਹਾਨੂੰ ਜਿਹੜੀ ਹੈਗੀ ਐਡਮਿਸ਼ਨ ਤੁਹਾਨੂੰ ਮਿਲ ਸਕਦੀ ਕੈਨੇਡਾ ਦੇ ਵਿੱਚ। ਔਰ ਉਹ ਮੈਂ ਤੁਹਾਨੂੰ ਸਾਰਾ ਦੱਸਿਆ ਸੀ ਕਿ ਕਿਉਂ ਸਕਸੈਸ ਰੇਟ ਐਤਕੀ ਜ਼ਿਆਦਾ ਆਉਣ ਵਾਲਾ ਹੈਗਾ। ਤੁਸੀਂ ਇਸ ਚੀਜ਼ ਦੇ ਲਈ ਮੇਰਾ ਕੱਲ੍ਹ ਦਾ ਜਿਹੜਾ ਲਾਈਵ ਹੈਗਾ ਉਸ ਚੀਜ਼ ਨੂੰ ਰੈਫਰ ਕਰ ਸਕਦੇ ਹੋ, ਉਹਨੂੰ ਦੇਖ ਸਕਦੇ ਹੋ। ਅੱਜ ਦਾ ਜਿਹੜਾ ਮੇਰਾ ਲਾਈਵ ਹੈ ਦੈਟ ਇਜ਼ ਫੋਕਸ ਔਨ UK ਸਟੂਡੈਂਟ ਵੀਜ਼ਾ। ਕਿਹੜੇ ਬੱਚਿਆਂ ਨੂੰ ਕਰਨਾ ਚਾਹੀਦਾ, ਕਿਉਂ ਕਰਨਾ ਚਾਹੀਦਾ। ਉੱਥੇ ਜਿਹੜਾ ਸਟੂਡੈਂਟ ਵੀਜ਼ਾ ਜਿਹਨੂੰ ਟੀਅਰ 4 ਕਹਿੰਦੇ ਆ, ਟੀਅਰ 4 ਤੋਂ ਟੀਅਰ 2 ਕਿੱਦਾਂ ਚੱਲਦਾ, ਟੀਅਰ 2 ਤੋਂ ਟੀਅਰ 1 ਕਿੱਦਾਂ ਜਾ ਹੁੰਦਾ, ਇਹਦੇ ਬਾਰੇ ਅੱਜ ਡਿਸਕਸ਼ਨ ਕਰਾਂਗੇ ਤੁਹਾਨੂੰ। UK ਉਹ ਬੱਚੇ ਜਿਹੜੇ ਕੈਨੇਡਾ ਨਹੀਂ ਜਾ ਪਾਉਂਦੇ ਉਹਨਾਂ ਦੀ ਜਿਹੜੀ ਬੈਸਟ ਸੈਕਿੰਡ ਆਪਸ਼ਨ ਹੈ ਉਹ UK ਆ। ਈਵਨ ਜਿਹੜੀ ਸਾਡੀ ਹੋਪ ਇਮੀਗ੍ਰੇਸ਼ਨ ਜਾਂ ਹਰਨਿਧ ਓਵਰਸੀਜ਼ ਪਾਥਵੇ ਐਜੂਕੇਸ਼ਨ ਹੈ ਉਹਦੇ ਵਿੱਚ ਤੁਹਾਨੂੰ ਅਸੀਂ ਆਪਸ਼ਨ ਦਿੰਦੇ ਹਾਂ ਜਰਮਨੀ ਸਟੂਡੈਂਟ ਵੀਜ਼ਾ। ਇਸ ਵੇਲੇ ਜਰਮਨੀ ਬਹੁਤ ਵਧੀਆ ਤਰੀਕੇ ਨਾਲ ਆਪਸ਼ਨ ਦੇ ਰਿਹਾ, ਔਰ PR ਤੱਕ ਦੀਆਂ ਆਪਸ਼ਨ ਤੁਹਾਨੂੰ ਜਰਮਨੀ ਵੀ ਦੇ ਰਿਹਾ। ਆਸਟ੍ਰੇਲੀਆ, ਨਿਊਜ਼ੀਲੈਂਡ ਤੋਂ ਵੀ ਗੁੱਡ ਨਿਊਜ਼ ਆਈ ਹੋਈ ਹੈ। ਇਸ ਤੋਂ ਬਾਅਦ 'ਚ ਅਗਲੇ ਜਿਹੜੀ ਚੀਜ਼ਾਂ ਹੈਗੀਆਂ ਦੈਟ ਇਜ਼ UK ਦਾ ਇੱਕ ਗੁੱਡ ਨਿਊਜ਼ ਹੈ। UK ਦੇ ਜਿਹੜੀ ਪਾਰਲੀਮੈਂਟ ਹੈਗੀ ਹੈ ਉਹਨੇ ਤੁਹਾਨੂੰ UK ਦੇ ਪਾਰਲੀਮੈਂਟ ਨੇ ਇਸ ਵੇਲੇ ਬਿੱਲ ਪਾਸ ਕਰ ਦਿੱਤਾ ਪੁਆਇੰਟ ਬੇਸਡ ਇਮੀਗ੍ਰੇਸ਼ਨ ਸਿਸਟਮ, ਜਿਹੜਾ ਕਿ ਉਹਨਾਂ ਨੇ ਅਨਾਊਂਸ ਕੀਤਾ ਸੀ। ਉਹਦੇ ਵਿੱਚ ਕੁਝ ਕਾਲੇ ਬੱਦਲ ਦਿਖਾਈ ਦਿੰਦੇ ਸੀਗੇ ਕਿ ਸ਼ਾਇਦ ਉਹ ਅਪਲਾਈ ਹੋ ਰਿਹਾ ਕਿ ਨਹੀਂ ਹੋ ਰਿਹਾ। ਉਹ ਕਾਲੇ ਬੱਦਲ ਜਿਹੜੇ ਸੀਗੇ ਉਹ ਖਤਮ ਹੋ ਗਏ। ਉਹਨਾਂ ਦੇ ਉੱਤੇ ਇਸ ਵੇਲੇ ਸਟੈਂਪ ਲੱਗੀ ਪਾਰਲੀਮੈਂਟ ਦੀ, UK ਦੀ ਪਾਰਲੀਮੈਂਟ ਵੱਲੋਂ ਕਿ UK ਪੁਆਇੰਟ ਬੇਸਡ ਇਮੀਗ੍ਰੇਸ਼ਨ ਸਿਸਟਮ ਹੈ ਉਹ ਸਟਾਰਟ ਕਰਨ ਜਾ ਰਿਹਾ। ਸਟਾਰਟਿੰਗ ਉਹਦੀ ਜਿਹੜੀ ਹੈਗੀ ਹੈ ਜਨਵਰੀ 2021 ਤੋਂ ਸਟਾਰਟ ਹੋਏਗੀ। ਜਿਹੜੀ ਇੰਪਲੀਮੈਂਟ ਹੋਏਗੀ, ਫਾਈਲਾਂ ਉਹਦੀਆਂ ਸਤੰਬਰ ਤੋਂ ਸ਼ੁਰੂ ਹੋ ਜਾਣਗੀਆਂ। ਅੱਜ ਉਹਦੇ ਬਾਰੇ ਵੀ ਗੱਲ ਕਰਾਂਗੇ ਕਿ ਕਿਹੜੇ ਜਿਹੜੇ ਪ੍ਰੋਫਾਈਲ ਦਾ ਕਿਹੜੀ ਕੈਟਾਗਰੀਜ਼ ਦੇ ਵਿੱਚ ਬੱਚੇ ਸਿੱਧੇ ਡਾਇਰੈਕਟ ਜਿਹੜੀ ਹੈਗੀ ਹੈ ਪੁਆਇੰਟ ਬੇਸ ਸਿਸਟਮ ਇਮੀਗ੍ਰੇਸ਼ਨ ਸਿਸਟਮ ਦੇ ਅੰਦਰ ਅਪਲਾਈ ਕਰ ਸਕਦੇ। ਸਟਾਰਟਿੰਗ ਕਰਦੇ ਹਾਂ UK ਸਟੂਡੈਂਟ ਵੀਜ਼ਾ। ਇੱਕ ਗੁੱਡ ਨਿਊਜ਼ ਹੋਰ ਹੈ, UK ਮੇਰੀ ਅੱਜ ਵੀ ਲੇਟੈਸਟ ਗੱਲ ਹੋਈ ਹੈ। ਕੋਵਿਡ ਦਾ ਜਿਹੜਾ ਲਾਕਡਾਊਨ ਸੀ UK ਦੇ ਵਿੱਚ ਥੋੜ੍ਹਾ ਬਹੁਤਾ ਜਿਹੜਾ ਚੱਲ ਰਿਹਾ ਸੀ ਉਹ ਖਤਮ ਹੋ ਗਿਆ। ਅੱਜ ਤੋਂ ਈਵਨ 2-3 ਦਿਨ ਹੋ ਗਏ ਆ ਉੱਥੇ ਜਿਹੜੇ ਸਾਰੇ ਆਫਿਸਿਸ ਹੈ ਉਹ ਰੈਗੂਲਰਲੀ ਸਟਾਰਟ ਹੋ ਗਏ ਆ। ਰੈਗੂਲਰ ਸਟਾਰਟ ਹੋ ਗਏ ਮਤਲਬ ਉੱਥੇ ਮੇਰੀ ਜਿਹੜੀ ਯੂਨੀਵਰਸਿਟੀਜ਼ ਵੀ ਰੈਗੂਲਰ ਸਟਾਰਟ ਹੋ ਗਈਆਂ। ਆਫਰ ਲੈਟਰ ਤਕਰੀਬਨ ਲਾਕਡਾਊਨ ਦੇ ਵਿੱਚ ਜਿੰਨੇ ਕੁ ਬੱਚਿਆਂ ਨੇ ਸਾਡੇ ਕੋਲ ਅਪਲਾਈ ਕੀਤੀਆਂ ਸੀ ਉਹਨਾਂ ਦੀਆਂ ਅੱਜ ਮੈਂ ਕਈਆਂ ਨੂੰ ਸਪੈਸ਼ਲ ਆਫਰ ਲੈਟਰ ਜਿਹੜੀਆਂ ਹੈਗੀਆਂ ਉਹ ਮੈਂ ਭੇਜੀਆਂ। ਥੈਂਕ ਯੂ ਵੈਰੀ ਮਚ ਹਰਸ਼ ਭਾਜੀ। ਜਿਹੜੀਆਂ ਮੈਂ ਅੱਜ ਆਫਰ ਲੈਟਰਸ ਉਹਨਾਂ ਨਾਲ ਪਰਸਨਲੀ ਗੱਲ ਕਰਕੇ ਅਨਕੰਡੀਸ਼ਨਲ ਆਫਰ ਲੈਟਰਸ ਅਸੀਂ UK ਤੋਂ ਲੈ ਰਹੇ ਵਿਦਆਊਟ ਇੰਟਰਵਿਊਜ਼। UK ਦੇ ਵਿੱਚ ਜਿਹੜੀਆਂ ਚੀਜ਼ਾਂ ਹੈਗੀਆਂ ਦੈਟ ਇਜ਼ ਮੈਂ ਤੁਹਾਨੂੰ ਦੱਸ ਦਿੰਦਾ ਕਿ ਇੱਕ ਮਿੰਟ ਕਾਲ ਆ ਰਹੀ ਹੈ ਰੈਗੂਲਰਲੀ, ਮੈਂ ਫੋਨ ਸਾਈਲੈਂਟ 'ਤੇ ਕਰ ਲਾਂ ਜਰਾ। UK ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਕਿਹੜੀਆਂ ਯੂਨੀਵਰਸਿਟੀਜ਼ ਹੈ ਇਸ ਵੇਲੇ ਤੁਹਾਨੂੰ ਵਿਦਆਊਟ ਐਜ਼ ਅਸੈਪਟ ਕਰਦੀਆਂ ਪਈਆਂ, ਉਹਦੇ ਬਾਰੇ ਅੱਜ ਡਿਸਕਸ ਕਰਾਂਗੇ। ਜਿਹੜੇ ਬੱਚੇ +2 ਹੈ, ਵਿਸ਼ਾਲ ਜੀ ਥੈਂਕ ਯੂ ਵੈਰੀ ਮਚ ਫॉर ਵਾਚਿੰਗ ਮੀ। UK ਅਪਲਾਈ ਕਿਉਂ ਕਰਨਾ ਚਾਹੀਦਾ? ਪਹਿਲੀ ਗੱਲ, ਜਿਹੜੇ ਬੱਚੇ ਮਾਸਟਰਸ ਪ੍ਰੋਗਰਾਮ ਦੇ ਲਈ UK ਜਾਣਾ ਚਾਹੁੰਦੇ ਉਹਨਾਂ ਨੂੰ ਕਿੰਨਾ ਬੈਨੀਫਿਟ ਹੈਗਾ। ਜਿਹੜੇ ਬੱਚੇ ਪੋਸਟ ਗ੍ਰੈਜੂਏਸ਼ਨ ਦੇ ਲਈ UK ਜਾਣਾ ਚਾਹੁੰਦੇ, 1 ਸਾਲ ਦੀ ਮਾਸਟਰ ਤੁਹਾਨੂੰ ਪੂਰੇ ਯੂਰਪ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਕਿਤੇ ਵੀ 1 ਸਾਲ ਦੀ ਮਾਸਟਰ ਤੁਹਾਨੂੰ ਨਹੀਂ ਮਿਲੇਗੀ UK ਨੂੰ ਛੱਡ ਕੇ। 1 ਈਅਰ ਸਪੈਸੀਫਿਕਲੀ ਸਪੈਸ਼ਲਿਟੀ ਦੇ ਨਾਲ ਤੁਹਾਨੂੰ ਮਾਸਟਰਸ ਮਿਲੇਗੀ। ਉਹ ਜਿਹੜੇ ਮਾਸਟਰ ਦੇ ਕੋਰਸਿਸ UK ਦੇ ਵਿੱਚ ਤੁਹਾਨੂੰ ਮਿਲ ਰਹੇ ਇਹ ਤੁਹਾਨੂੰ ਕਿਤੇ ਵੀ ਹੋਰ ਨਹੀਂ ਮਿਲਣਗੇ।
ਤੁਹਾਨੂੰ ਮੈਂ ਅੱਜ ਜਿਹੜੀਆਂ ਦਿਖਾਈ ਦੱਸਾਂਗਾ ਕਿ ਕਿਹੜੇ ਮਾਸਟਰ ਦੇ ਸਪੈਸ਼ਲਿਟੀ ਕੋਰਸ ਹੈਗੇ ਆ ਜਿਨ੍ਹਾਂ 'ਚ ਅੱਗੇ ਜਾ ਕੇ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਸੀ ਵੀ ਮਿਲੇਗੀ। ਉਹ ਕਿਹੜੇ ਕੋਰਸਿਸ ਆ ਉਹਦੇ ਬਾਰੇ ਵੀ ਅੱਜ ਡਿਸਕਸ ਕਰਾਂਗੇ। ਮਾਸਟਰ ਦੇ ਨਾਲ ਤੁਹਾਨੂੰ ਸਪਾਊਸ ਕੇਸ ਹੈਗਾ ਉਹ ਤੁਹਾਡੇ ਨਾਲ ਲੱਗਦਾ। ਸਪਾਊਸ ਨੂੰ ਨਾਲ ਵਰਕ ਰਾਈਟ ਮਿਲਦਾ, ਫੁੱਲ ਵਰਕ ਰਾਈਟ। ਉਸ ਇੱਕੋ ਇੱਕ ਕੰਟਰੀ ਹੈ ਜਿਹੜੀ UK ਆ, ਕੈਨੇਡਾ ਜਿਹੜੇ ਬੱਚੇ ਅਪਲਾਈ ਕਰਨਾ ਚਾਹੁੰਦੇ ਸਪਾਊਸ ਦੇ ਨਾਲ, ਉਹਨਾਂ ਨੂੰ ਇਹ ਪਰੇਸ਼ਾਨੀ ਹੁੰਦੀ ਹੈ ਕਿ ਸਪਾਊਸ ਕਦੀ ਵੀ ਕੈਨੇਡਾ ਦੇ ਵਿੱਚ ਨਾਲ ਨਹੀਂ ਚੱਲਦਾ। ਕਈ ਵਾਰੀ ਸਪਾਊਸ ਨੂੰ ਕੈਨੇਡਾ ਆਫਟਰ ਸਪਾਊਸ ਨੂੰ ਭੇਜਣ ਤੋਂ ਬਾਅਦ ਚੋਂ, ਮੇਨ ਐਪਲੀਕੈਂਟ ਨੂੰ ਭੇਜਣ ਤੋਂ ਬਾਅਦ ਚੋਂ ਸਪਾਊਸ ਨੂੰ ਜਿਹੜੇ ਹੈਗੇ ਆ ਉਹ 6 ਮਹੀਨੇ ਤੱਕ ਵੀ ਲੱਗ ਜਾਂਦੇ ਆ, 6 ਮਹੀਨੇ ਤੋਂ ਸਾਲ ਤੱਕ ਦਾ ਵੀ ਟਾਈਮ ਲੱਗ ਜਾਂਦਾ। ਤੇ UK ਦੇ ਵਿੱਚ ਜਿਹੜਾ ਹੈਗਾ ਮਾਸਟਰ ਪ੍ਰੋਗਰਾਮ ਦੇ ਵਿੱਚ ਜਿਹੜੇ ਬੱਚੇ ਅਪਲਾਈ ਕਰਨਗੇ ਉਹਨਾਂ ਦਾ ਸਪਾਊਸ ਬਿਲਕੁਲ ਨਾਲ ਹੀ ਅਪਲਾਈ ਕਰੇਗਾ ਔਰ ਨਾਲ ਹੀ ਵੀਜ਼ਾ ਲੈ ਕੇ ਜਾ ਸਕਦਾ। ਮਾਸਟਰ ਪ੍ਰੋਗਰਾਮ ਦੇ ਮੈਂ ਤੁਹਾਨੂੰ ਇੱਕ ਜਿਹੜੀਆਂ ਹਾਈਲਾਈਟਸ ਦੱਸਦਾ ਪਿਆ। ਪਹਿਲੀ ਹਾਈਲਾਈਟਸ ਹੈ ਕਿ 1 ਸਾਲ ਦੀ ਮਾਸਟਰ ਹੈ। ਦੂਸਰੀ ਹਾਈਲਾਈਟ ਹੈ ਕਿ ਤੁਹਾਨੂੰ ਜਿਹੜੀ ਸਪਾਊਸ ਜਿਹੜਾ ਹੈਗਾ ਨਾਲ ਜਾ ਸਕਦਾ ਫੁੱਲ ਵਰਕ ਰਾਈਟ ਦੇ ਨਾਲ। ਔਰ ਜਿਹੜਾ ਉਸ ਤੋਂ ਬਾਅਦ 'ਚੋਂ 2 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਹੈ ਮਾਸਟਰ ਦੇ ਵਿੱਚ। ਇਸ ਚੀਜ਼ ਤੋਂ ਬਾਅਦ 'ਚੋਂ 10 ਸਾਲ ਦਾ ਗੈਪ ਅਸੈਪਟੇਬਲ ਹੈ। ਕਿਰਪਾਲ ਸਿੰਘ ਜੀ, 10 ਸਾਲ ਦਾ ਗੈਪ ਅਸੈਪਟੇਬਲ ਹੋ ਸਕਦਾ ਅਗਰ ਤੁਹਾਡਾ ਬਿਲਕੁਲ ਜਸਟੀਫਿਕੇਸ਼ਨ ਹੈ ਔਰ ਤੁਹਾਡੇ ਕੋਲ ਬੈਚਲਰ ਡਿਗਰੀ ਹੈ। ਅਗਰ +2 ਤੋਂ ਬਾਅਦ 'ਚੋਂ 10 ਸਾਲ ਦਾ ਗੈਪ ਹੈ ਦੈਟ ਇਜ਼ ਨਾਟ ਅਸੈਪਟੇਬਲ ਇਨ UK ਦੇ ਬਾਅਦ 'ਚੋਂ ਜਿਹੜੇ ਸਪੈਸ਼ਲ ਕੋਰਸਿਸ ਆ ਜਿਹੜੇ ਤੁਹਾਨੂੰ ਕਿਤੇ ਵੀ ਨਹੀਂ ਮਿਲਦੇ, ਈਵਨ ਉਹ ਜਿਹੜੇ ਕੋਰਸਿਸ ਆ ਉਹ ਤੁਹਾਨੂੰ ਕੈਨੇਡਾ ਦੇ ਵਿੱਚ ਨਹੀਂ ਮਿਲਣਗੇ ਜਾਂ ਕਿਤੇ ਇੱਥੇ ਵੀ ਨਹੀਂ। ਮੈਂ ਇੱਕ ਸਪੈਸ਼ਲ ਵੀਡੀਓ ਬਣਾਵਾਂਗਾ, ਨੈਕਸਟ ਵੀਡੀਓ ਜਿਹੜੀ ਮੇਰੀ ਹੋਏਗੀ 1-2 ਦਿਨ ਤੱਕ, ਉਹਦੇ ਵਿੱਚ ਮੈਂ ਤੁਹਾਨੂੰ ਸਪੈਸ਼ਲ ਦੱਸਾਂਗਾ ਕਿ ਵਾਈ UK ਦੀ ਐਜੂਕੇਸ਼ਨ ਜਾਂ ਗਲੋਬਲ ਐਜੂਕੇਸ਼ਨ ਬੱਚਿਆਂ ਨੂੰ, ਪੇਰੈਂਟ ਨੂੰ ਆਪਣੇ ਬੱਚਿਆਂ ਨੂੰ ਫੋਰਨ ਐਜੂਕੇਸ਼ਨ ਦੇ ਲਈ ਕਿਉਂ ਇੰਪੋਰਟੈਂਟ ਹੈ, ਕਿਉਂ ਭੇਜਣਾ ਚਾਹੀਦਾ। ਉਹਦੇ ਲਈ ਮੈਂ ਨੈਕਸਟ 1-2 ਦਿਨ ਬਾਅਦ ਤੁਹਾਨੂੰ ਵੀਡੀਓ ਬਣਾਉਂਗਾ। ਕਲਨਰੀ ਆਰਟਸ ਫਰੋਮ UK ਜਿਹੜੀ ਹੈਗੀ ਆ, ਇਹਦੇ ਵਿੱਚ ਮੈਂ ਸਪੈਸ਼ਲ ਦੇਖਦਾ ਪਿਆ ਕਲਨਰੀ ਆਰਟਸ ਦਾ ਜਿਹੜਾ ਡਿਗਰੀ ਤੁਹਾਨੂੰ ਮਿਲਦੀ ਪਈ ਹੈ। ਇਹ ਕਲਨਰੀ ਆਰਟਸ ਦੀ ਡਿਗਰੀ ਤੁਹਾਨੂੰ ਸਿੰਗਾਪੁਰ ਦੇ ਵਿੱਚ 1-2 ਕੋਰਸਿਸ ਦਾ ਛੋਟੇ ਜਿਨ੍ਹਾਂ ਵਿੱਚ ਕਲਨਰੀ ਆਰਟ ਮਿਲ ਜਾਂਦਾ, ਪਰ UK ਦੇ ਵਿੱਚ ਸਪੈਸ਼ਲ ਤੁਹਾਨੂੰ ਡਿਗਰੀ ਮਿਲਦੀ ਕਲਨਰੀ ਆਰਟਸ ਦੇ ਵਿੱਚ। ਸਪੋਰਟਸ ਐਂਡ ਐਕਸਰਸਾਈਜ਼ ਜਿਹੜੀ ਹੈਗੀ ਆ ਕੋਰਸਿਸ ਹੈਗੇ ਆ, ਲੌਜਿਸਟਿਕ ਦੇ ਆ, ਗਲੋਬਲ ਬਿਜ਼ਨਸ ਦੇ ਆ, ਅਪਲਾਈਡ ਸਾਇੰਸਿਸ ਦੇ ਆ, ਇਸ ਤਰ੍ਹਾਂ ਦੇ ਕੋਰਸਿਸ। ਈਵਨ ਜਿਹੜੀ ਫਿਲਮ ਇੰਡਸਟਰੀ ਦੇ ਨਾਲ ਰਿਲੇਟਡ ਹੈ ਔਰ ਪਾਇਲਟ ਦੇ, ਕਮਰਸ਼ੀਅਲ ਪਾਇਲਟ ਦੇ ਪ੍ਰੋਗਰਾਮ ਹੈਗੇ ਤੁਹਾਨੂੰ ਸਿਰਫ ਤੇ ਸਿਰਫ UK ਦੇ ਵਿੱਚ ਹੀ ਮਿਲਦੇ ਆ। ਅੱਜ ਕੁਐਸਚਨਸ ਆ ਰਹੇ ਨੇ। ਕਿਰਪਾਲ ਸਿੰਘ ਹੁਣਾਂ ਦਾ ਕੁਐਸਚਨ ਮੈਂ ਆਨਸਰ ਦਿੱਤਾ। ਪ੍ਰਦੀਪ ਗਿੱਲ ਹੁਣਾਂ ਦਾ ਕੁਐਸਚਨ ਹੈ UK ਸਟੂਡੈਂਟ ਵੀਜ਼ਾ ਵਿਦਾਊਟ ਆਇਲਸ 62%। ਮੈਂ ਤੁਹਾਨੂੰ ਇਹਦੇ ਵਿੱਚ ਇੱਕ ਐਲੀਜੀਬਿਲਿਟੀ ਪਹਿਲਾਂ ਦੱਸ ਦਿੰਦਾ। BA B.Ed ਸਰ ਕੀਆ ਏਜ 32 ਹੈ। ਕਿਰਪਾਲ ਸਿੰਘ ਜੀ, BA B.Ed ਤੋਂ ਬਾਅਦ ਤੁਹਾਡਾ ਜਿਹੜਾ 10 ਸਾਲ ਦਾ ਗੈਪ ਹੈ ਇਹ ਅਸੈਪਟੇਬਲ ਹੈਗਾ। ਤੁਸੀਂ ਉਹਦੀ ਅਗਰ ਜਸਟੀਫਿਕੇਸ਼ਨ ਦੇ ਦਿੰਦੇ ਆ ਤੇ ਐਲੀਜੀਬਿਲਿਟੀ ਇੱਕ ਵਾਰੀ ਸੁਣ ਲਓ ਸਾਰਿਆਂ ਨੇ ਧਿਆਨ ਦੇ ਨਾਲ। ਅਗਰ ਤੁਸੀਂ 10+2 ਕੀਤੀ ਹੋਈ ਹੈ, 10+2 ਤੁਹਾਡੇ ਕਈ ਯੂਨੀਵਰਸਿਟੀਜ਼ 5 ਸਾਲ ਦਾ ਗੈਪ, ਕਈ ਯੂਨੀਵਰਸਿਟੀਜ਼ 7 ਸਾਲ ਤੱਕ ਦਾ ਗੈਪ ਅਸੈਪਟ ਕਰ ਰਹੀਆਂ ਇਸ ਵੇਲੇ। ਅਸੈਪਟੈਂਸ ਜਿਹੜੀ ਗੈਪ ਦੀ ਹੈਗੀ ਆ ਉਹਦੇ ਨਾਲ ਤੇ ਤੁਹਾਨੂੰ ਗੈਪ ਦੀ ਜਸਟੀਫਿਕੇਸ਼ਨ ਦੇਣੀ ਪਏਗੀ। ਪਰ ਐਲੀਜੀਬਿਲਿਟੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਅਗਰ ਤੁਸੀਂ ਵਿਦ ਆਇਲਸ ਅਪਲਾਈ ਕਰ ਰਹੇ ਹੋ ਤਾਂ ਐਲੀਜੀਬਿਲਿਟੀ ਕੀ ਹੈ, ਔਰ ਅਗਰ ਤੁਸੀਂ ਵਿਦਾਊਟ ਆਇਲਸ ਅਪਲਾਈ ਕਰ ਰਹੇ ਹੋ ਤਾਂ ਐਲੀਜੀਬਿਲਿਟੀ ਕੀ ਹੈ। ਪਹਿਲਾਂ ਮੈਂ ਟਰਾਈ ਕਰਦਾ ਤੁਹਾਨੂੰ ਸਮਝਾਉਣ ਦੀ ਕਿ ਵਿਦ ਆਇਲਸ ਤੁਸੀਂ ਅਪਲਾਈ ਕਰ ਰਹੇ ਹੋ ਤੁਹਾਨੂੰ ਐਲੀਜੀਬਿਲਿਟੀ ਕੀ ਹੈਗੀ ਆ। ਵਿਦ ਆਇਲਸ ਦੇ ਵਿੱਚ ਯੂ ਕੈਨ ਸੀ ਕਿ ਤੁਹਾਡੇ ਓਵਰਆਲ 6 ਬੈਂਡ ਹੋਣੇ ਚਾਹੀਦੇ ਆ ਔਰ 5.5 ਇਨ ਈਚ ਹੋਣੇ ਚਾਹੀਦੇ। ਅਗਰ ਕਿਸੇ ਵੀ ਤੁਹਾਡੇ ਆਇਲਸ ਮੋਡਿਊਲ ਦੇ ਵਿੱਚੋਂ 5 ਬੈਂਡ 5.5 ਬੈਂਡ ਤੋਂ ਘੱਟ ਹੈ, ਫੋਰ ਐਗਜ਼ਾਮਪਲ 5 ਬੈਂਡਸ ਹੈ, ਤੇ ਤੁਹਾਡੀ ਉਹ ਆਇਲਸ ਦੀ ਕੋਈ ਵੈਲਿਡਿਟੀ ਨਹੀਂ ਹੈਗੀ। ਉਸ ਆਇਲ ਚਾਹੇ ਤੁਹਾਨੂੰ ਓਵਰਆਲ 6.5 ਬੈਂਡ ਹੀ ਕਿਉਂ ਨਾ ਹੋਣ, ਉਹ ਆਇਲਸ ਤੋਂ ਬਿਨਾਂ ਹੀ ਕਾਊਂਟ ਹੋਏਗਾ ਤੁਹਾਡਾ ਕੇਸ। ਮੀਨਸ ਟੂ ਸੇ 5.5 ਈਚ ਬਹੁਤ ਜ਼ਰੂਰੀ ਹੈ, ਚਾਹੇ ਤੁਹਾਡੇ 4 ਮੋਡਿਊਲ ਚੋਂ 3 ਮੋਡਿਊਲ ਚੋਂ 5.5 ਹੈ ਤੇ ਕਿਸੇ ਇੱਕ ਦੇ ਵਿੱਚੋਂ ਜ਼ਿਆਦਾ ਹੋਣ ਕਰਕੇ ਤੁਹਾਡੇ ਓਵਰਆਲ 6 ਬਣਦੇ ਪਏ, ਦੈਟ ਇਜ਼ ਐਬਸੋਲੂਟਲੀ ਫਾਈਨ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ। ਕੇਸ ਕੋਈ ਰਿਫਿਊਜ਼ਲਸ ਹੈਗੀਆਂ, ਰਿਫਿਊਜ਼ਲਸ ਚੱਲਦੀਆਂ ਹੈਗੀਆਂ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਕਿਤੇ ਵੀ ਤੁਹਾਡੀ ਹੋਰ ਕੋਈ ਰਿਫਿਊਜ਼ਲਸ ਹੋਈ ਹੈ ਤੇ ਉਹ ਤੁਹਾਡੀ UK ਤੁਸੀਂ ਅਪਲਾਈ ਕਰ ਸਕਦੇ। ਈਵਨ ਕੋਈ UK ਦੀ ਵੀ ਰਿਫਿਊਜ਼ਲ ਪਹਿਲਾਂ ਹੈਗੀ ਹੈ ਤੇ ਉਹ ਵੀ ਅਸੀਂ UK ਦਾ ਦੁਆਰਾ ਤੁਹਾਡਾ ਵੀਜ਼ਾ ਲਗਵਾ ਸਕਦੇ ਹਾਂ, ਉਹਦੇ ਵਿੱਚ ਵੀ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈਗੀ। ਨੈਕਸਟ ਇਸ ਤੋਂ ਬਾਅਦ 'ਚੋਂ ਜਿਹੜੀ ਐਲੀਜੀਬਿਲਿਟੀ ਹੈਗੀ ਹੈ ਕਿ ਵਿਦਾਊਟ ਆਇਲਸ, ਅਗਰ ਤੁਸੀਂ ਆਇਲਸ ਹੈਗੇ ਓਵਰਆਲ 6 ਹੈ ਤੇ ਓਵਰਆਲ ਜਿਹੜੇ ਤੁਹਾਡੇ +2 ਦੇ ਵਿੱਚੋਂ ਮਾਰਕਸ ਹੈਗੇ ਉਹ ਅਗਰ 50% ਤੋਂ ਅਬਵ ਹੈਗੇ ਦੈਨ ਇਟਸ ਫਾਈਨ, ਕੋਈ ਪ੍ਰੋਬਲਮ ਨਹੀਂ ਹੈਗੀ। 50% ਤੋਂ ਘੱਟ ਜਿਹੜੇ ਮਾਰਕਸ ਹੈ ਉਹ ਮੈਂ ਤੁਹਾਨੂੰ ਇੰਡੀਵਿਜੂਅਲ ਯੂਨੀਵਰਸਿਟੀ ਦੇ ਦੱਸ ਦਿੰਦਾ। ਇਸੇ ਤਰੀਕੇ ਨਾਲ 50% ਮਾਰਕਸ ਤੁਹਾਡੇ ਘੱਟੋ ਘੱਟ ਹੋਣੇ ਚਾਹੀਦੇ ਆ। ਕਿਹੜੀਆਂ ਯੂਨੀਵਰਸਿਟੀਜ਼ 50% ਤੋਂ ਘੱਟ ਲੈਂਦੀਆਂ ਉਹ ਵੀ ਮੈਂ ਤੁਹਾਨੂੰ ਅਗਲੇ ਹੁਣੇ ਇਸ ਤੋਂ ਬਾਅਦ ਡਿਸਕ੍ਰਾਈਬ ਕਰ ਦਿੰਦਾ। ਅਗਰ ਤੁਸੀਂ ਮਾਸਟਰ ਪ੍ਰੋਗਰਾਮ ਅਗਰ ਵਿਦਾਊਟ ਆਇਲਸ ਜਾਣਾ ਚਾਹੁੰਦੇ, ਪਹਿਲੀ ਗੱਲ ਤੇ +2 ਕੀਤੀ ਹੋਈ ਹੈ, ਵਿਦਾਊਟ ਆਇਲਸ ਜਾਣਾ ਚਾਹੁੰਦੇ ਆ, ਕਿਉਂਕਿ ਅਗਰ ਤੁਹਾਡੇ ਕਿਸੇ ਇੱਕ ਮੋਡਿਊਲ 'ਚ 5 ਬੈਂਡ ਵੀ ਹੈ ਤਾਂ ਵੀ ਤੁਹਾਨੂੰ ਵਿਦਾਊਟ ਆਇਲਸ ਕੰਸੀਡਰ ਕਰੇਗਾ UK। ਵਿਦਾਊਟ ਆਇਲਸ ਦੇ ਮੀਨਸ ਕਿ ਅਗਰ ਤੁਹਾਡੀ 10+2 ਦੇ ਵਿੱਚ ਜਿਹੜੇ ਪਰਸੈਂਟੇਜ ਹੈ ਦੈਟ ਸ਼ੁੱਡ ਬੀ ਮੋਰ ਦੈਨ 65%। 65% ਓਵਰਆਲ ਐਂਡ ਜਿਹੜੇ ਇੰਗਲਿਸ਼ ਤੋਂ ਨੰਬਰ ਵੀ ਹੈਗੇ ਉਹ ਵੀ 65% ਤੋਂ ਜ਼ਿਆਦਾ ਹੋਣੇ ਚਾਹੀਦੇ ਆ 10+2 ਚੋਂ। ਅਗਰ ਬਹੁਤ ਸਾਰੇ ਬੱਚੇ ਇੱਥੇ ਮੇਰੇ ਨਾਲ ਉਹ ਕਈ ਵਾਰੀ ਮੇਰੇ ਨਾਲ ਡਾਕੂਮੈਂਟ ਸੈਂਡ ਕਰਦੇ ਆ ਕਿ 10th ਤੋਂ ਬਾਅਦ ਚੋਂ ਸਿੱਧਾ ਹੀ ਡਿਪਲੋਮਾ ਕਰ ਗਏ, +2 ਨਹੀਂ ਕੀਤੀ। ਜਿਹੜੇ ਬੱਚਿਆਂ ਨੇ 10th ਤੋਂ ਬਾਅਦ ਚੋਂ ਸਿੱਧਾ ਡਿਪਲੋਮਾ ਕੀਤਾ ਦੇ ਕੈਨ ਨਾਟ
ਅਪਲਾਈ ਫॉर ਵਿਦਆਊਟ ਆਇਲਸ ਉਹਨਾਂ ਨੂੰ ਆਇਲਸ ਦੀ ਜ਼ਰੂਰਤ ਪਏਗੀ ਹੀ ਪਏਗੀ। ਹੁਣ ਉਸ ਤੋਂ ਬਾਅਦ ਚੋਂ ਅਗਰ ਅਸੀਂ ਅੱਗੇ ਚੱਲਦੇ ਹਾਂ ਕਿ ਅਗਰ ਤੁਸੀਂ ਬੈਚਲਰ ਕਰ ਲਈ ਹੈ, ਤੁਸੀਂ ਵਿਦਆਊਟ ਆਇਲਸ ਅਪਲਾਈ ਕਰਨਾ ਚਾਹੁੰਦੇ ਤੇ +2 ਦੇ ਮਾਰਕਸ ਜਿਹੜੇ ਹੈਗੇ ਦੈਟ ਇਜ਼ ਅਗੇਨ ਸੇਮ ਤੁਹਾਨੂੰ ਚਾਹੀਦੇ ਜਿੰਨੇ +2 ਦੇ ਵਿੱਚ 65% ਓਵਰਆਲ ਐਂਡ 65% ਇੰਗਲਿਸ਼ ਦੇ ਵਿੱਚੋਂ। ਅਗਰ ਤੁਸੀਂ ਬੈਚਲਰ ਦੇ ਵਿੱਚ ਵੀ ਜਿਹੜੇ ਤੁਹਾਡੇ ਮਾਰਕਸ ਹੈ ਉਹ 50% ਘੱਟੋ ਘੱਟ ਹੋਣੇ ਚਾਹੀਦੇ ਅਗਰ ਤੁਸੀਂ ਵਿਦਆਊਟ ਆਇਲਸ ਅਪਲਾਈ ਕਰਨਾ ਚਾਹੁੰਦੇ। ਈਵਨ ਕਿ ਤੁਸੀਂ ਵਿਦ ਆਇਲਸ ਅਪਲਾਈ ਕਰਨਾ ਚਾਹੁੰਦੇ ਆ ਤੇ ਦੈਨ ਵੀ ਤੁਹਾਡੇ ਜਿਹੜੇ ਸਕੋਰਸ ਹੈ 50% ਅਬਵ ਹੋਣੇ ਚਾਹੀਦੇ। ਓਵਰਆਲ ਜਿਹੜਾ ਸਕੋਰ ਹੈ ਉਹ 6 ਬੈਂਡ ਤੋਂ ਜ਼ਿਆਦਾ ਹੋਣਾ ਚਾਹੀਦਾ, 5.5 ਇਨ ਈਚ ਘੱਟੋ ਘੱਟ ਹੋਣੇ ਚਾਹੀਦੇ ਤੁਹਾਡੇ। ਹਾਈ ਮੁਦਿਤ, ਹਾਊ ਯੂ? ਆਈ ਹੋਪ ਤੁਹਾਨੂੰ ਇਹ ਲਾਈਵ ਸੈਸ਼ਨ ਜਿਹੜਾ ਹੈਗਾ ਉਹ ਅੱਛਾ ਲੱਗੇਗਾ ਮੇਰਾ। ਸੋ ਨੈਕਸਟ ਜਿਹੜਾ ਹੈਗਾ ਐਲੀਜੀਬਿਲਿਟੀ ਤੁਹਾਨੂੰ ਮੈਂ ਕਲੀਅਰ ਕਰ ਦਿੱਤੀ ਯੂਕੇ ਦੀ ਕਿ ਯੂਕੇ ਐਲੀਜੀਬਿਲਿਟੀ ਜਿਹੜੀ ਹੈਗੀ ਹੈ ਵਿਦਆਊਟ ਆਇਲਸ ਐਂਡ ਵਿਦ ਆਇਲਸ। ਇਸ ਤੋਂ ਬਾਅਦ ਚੋਂ ਨੈਕਸਟ ਜਿਹੜੀ ਇਸ ਵੇਲੇ ਹਾਈਲਾਈਟਸ ਹੈ ਯੂਕੇ ਦੀ, ਬਹੁਤ ਸਾਰੀ ਯੂਨੀਵਰਸਿਟੀਜ਼ ਨੇ। ਮੈਂ ਪਹਿਲਾਂ ਤੁਹਾਨੂੰ ਕਹਿ ਰਿਹਾ ਸੀ ਅਸੀਂ ਆਨਲਾਈਨ ਅਪਲਾਈ ਕਰ ਰਹੇ ਹਾਂ। ਹਰਨਿਤ ਓਵਰਸੀਜ਼ ਪਾਥਵੇ ਐਜੂਕੇਸ਼ਨ ਜਿਹੜਾ ਤੁਹਾਨੂੰ ਇੱਕ ਚਾਂਸ ਦੇ ਰਿਹਾ, ਮੌਕਾ ਦੇ ਰਿਹਾ ਤੁਹਾਨੂੰ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਆਪਣੇ ਘਰਾਂ ਚੋਂ ਬਾਹਰ ਨਿਕਲੋ। ਹੱਲੇ ਕੋਵਿਡ ਜਿਹੜਾ ਹੈਗਾ ਉਹਦਾ ਜਿਹੜਾ ਖਤਰਾ ਖਤਮ ਨਹੀਂ ਹੋਇਆ। ਲੋਕਡਾਊਨ ਜ਼ਰੂਰ ਖਤਮ ਹੋ ਗਿਆ ਪਰ ਅਸੀਂ ਇੱਦਾਂ ਨਹੀਂ ਲੈ ਕੇ ਚੱਲ ਸਕਦੇ ਜਿੱਦਾਂ ਬਾਹਰ ਰਸ਼ ਪੈਣਾ ਸ਼ੁਰੂ ਹੋ ਗਿਆ ਤੇ ਉਹਦਾ ਖਤਰਾ ਉਹਨੇ ਦਾ ਹੀ ਮੌਜੂਦ ਹੈਗਾ। ਅਸੀਂ ਚਾਹੁੰਦੇ ਹੈਗੇ ਤੁਸੀਂ ਘਰ ਬੈਠੋ, ਘਰੇ ਬੈਠ ਕੇ ਸਾਨੂੰ ਅਪਲਾਈ ਕਰੋ। ਕੁਛ ਨਹੀਂ ਕਰਨਾ, ਤੁਸੀਂ ਆਪਣੇ ਡਾਕੂਮੈਂਟ ਸਾਨੂੰ ਈਮੇਲ ਕਰਨੇ ਆ, ਵਟਸਐਪ ਕਰਨੇ ਆ। ਅਸੀਂ ਉਹਦੀ ਅਸੈਸਮੈਂਟ ਕਰਕੇ ਤੁਹਾਨੂੰ ਆਪਸ਼ਨ ਦੇ ਦੇਣੀ ਹੈ ਕਿ ਐਸ ਯੂਨੀਵਰਸਿਟੀ 'ਚ ਤੁਹਾਡੀ ਐਲੀਜੀਬਿਲਿਟੀ ਹੋ ਸਕਦੀ ਹੈ। ਯੂ ਹੈਵ ਨੋਟ ਟੂ ਪੇ ਐਨੀਥਿੰਗ। ਸਾਰੀਆਂ ਆਫਰ ਲੈਟਰ ਫ੍ਰੀ ਆਫ ਕਾਸਟ ਹੈਗੀਆਂ ਯੂਕੇ ਦੀਆਂ, ਕੋਈ ਆਫਰ ਲੈਟਰ ਦੇ ਚਾਰਜਸ ਨਹੀਂ ਹੈ। ਈਵਨ ਕਿ ਹਰਨਿਤ ਓਵਰਸੀਜ਼ ਵੀ ਤੁਹਾਨੂੰ ਕੋਈ ਚਾਰਜ ਨਹੀਂ ਕਰ ਰਿਹਾ। ਇਨ ਐਡਵਾਂਸ ਫ੍ਰੀ ਆਫ ਕਾਸਟ ਤੁਹਾਨੂੰ ਸਰਵਿਸਿਜ਼ ਦਿੱਤੀ ਜਾ ਰਹੀ ਹੈ ਲੋਕਡਾਊਨ ਟਾਈਮ ਦੇ ਵਿੱਚ ਕਿ ਤੁਸੀਂ ਘਰ ਬੈਠੇ ਸਾਡੇ ਕੋਲ ਜਿਹੜੇ ਹੈਗੇ ਡਾਕੂਮੈਂਟ ਸੈਂਡ ਕਰੋ ਤੇ ਅਸੀਂ ਤੁਹਾਡੀ ਆਫਰ ਲੈਟਰ ਪ੍ਰੋਸੈਸ ਕਰੀਏ। ਤੁਹਾਡੀ ਜਿਹੜੀ ਆਫਰ ਲੈਟਰ ਪ੍ਰੋਸੈਸ ਕਰਨ ਦੇ ਵਿੱਚ ਅਗਰ ਤੁਸੀਂ ਵਿਦ ਆਇਲਸ ਜਾਂ ਵਿਦਆਊਟ ਆਇਲਸ ਆ, ਕੁਝ ਯੂਨੀਵਰਸਿਟੀਜ਼ ਜਿਹੜੀਆਂ ਹੈਗੀਆਂ ਇੰਟਰਵਿਊ ਇਸ ਵੇਲੇ ਲੈ ਰਹੀਆਂ। ਈਵਨ ਕਿ ਮੇਰੇ ਕੋਲ ਬਹੁਤ ਸਾਰੇ ਬੱਚੇ ਦੇ ਇੱਦਾਂ ਦੇ ਆਫਰ ਲੈਟਰਸ ਆਈਆਂ ਹੈਗੀਆਂ ਜਿਹੜੀਆਂ ਹੁਣ ਰੀਸੈਂਟ ਅੱਜ ਵੀ ਮੈਂ ਬੱਚਿਆਂ ਨੂੰ ਆਫਰ ਲੈਟਰ ਦਿੱਤੀਆਂ। ਮਿਡਲਸੈਕਸ ਯੂਨੀਵਰਸਿਟੀ ਦੀ ਆਫਰ ਲੈਟਰ ਆਈ ਹੈ, ਹਡਰਸਫੀਲਡ ਯੂਨੀਵਰਸਿਟੀ ਦੀ ਆਫਰ ਲੈਟਰ ਆਈ ਹੈ। ਵਿਦਆਊਟ ਇੰਟਰਵਿਊ ਦੇ ਗਿਵ ਦੈਮ ਦਾ ਅਨਕੰਡੀਸ਼ਨਲ ਆਫਰ ਲੈਟਰ ਜਸਟ ਟੂ ਫੀਸ ਪੇ ਕਰਨੀ ਉਹਨਾਂ ਨੇ, ਹੋਰ ਉਹਨਾਂ ਨੇ ਕੁਝ ਵੀ ਨਹੀਂ ਕਰਨਾ। ਸੋ ਕਈ ਯੂਨੀਵਰਸਿਟੀਜ਼ ਇੱਦਾਂ ਦੀਆਂ ਵੀ ਹੈਗੀਆਂ ਕਿ ਫੀਸ ਦੇ ਲਈ ਉਹ ਤੁਹਾਨੂੰ ਕਹਿ ਰਹੀਆਂ ਕਿ 1000 ਪਾਊਂਡ ਦੇ ਦਿਓ, 1500 ਪਾਊਂਡ ਦੇ ਦਿਓ ਟੂ ਬੁੱਕ ਯੂਅਰ ਸੀਟ। ਕਿ ਜਿੱਦਣ ਤੁਹਾਡਾ ਲੋਕਡਾਊਨ ਖਤਮ ਹੋਏਗਾ, ਜਿੱਦਣ ਉਹਨਾਂ ਨੇ ਕੈਸ਼ ਇਸ਼ੂ ਸ਼ੁਰੂ ਕਰਨੇ ਹੋਣਗੇ ਉਦੋਂ ਨੂੰ ਤੁਹਾਡੇ ਕੋਲ ਰੈਸਟ ਫੀਸ ਲੈ ਲੈਣਗੇ ਕਿ 50% ਫੀਸ ਜਿਹੜੀ ਹੈਗੀ ਉਹ ਹਰੇਕ ਯੂਨੀਵਰਸਿਟੀ ਦੀ ਕੰਪਲਸਰੀ ਹੈਗੀ ਹੈ। ਹਾਂ, ਇੱਕ ਚੀਜ਼ ਹੋਰ ਮੈਂ ਤੁਹਾਨੂੰ ਗੁੱਡ ਨਿਊਜ਼ ਦੇ ਦਿੰਦਾ ਕਿ ਸਕਾਲਰਸ਼ਿਪਸ ਜਿਹੜੀਆਂ ਯੂਨੀਵਰਸਿਟੀਜ਼ ਨੇ ਅੱਜ ਵੀ ਜਿਹੜੇ ਬੱਚੇ ਨੂੰ ਇੱਕ ਦੋ ਬੱਚੇ ਇੱਦਾਂ ਦੇ ਸੀ 1500 2000 2500 ਤੱਕ ਦੀਆਂ ਸਕਾਲਰਸ਼ਿਪ ਹਰੇਕ ਯੂਨੀਵਰਸਿਟੀ ਪ੍ਰੋਵਾਈਡ ਕਰ ਰਹੀ ਹੈ। ਉਹਦੀ ਡਿਟੇਲ ਮੈਂ ਅੱਗੇ ਤੁਹਾਨੂੰ ਦੇ ਦਿੰਦਾ ਕਿ ਕਿਹੜੀ ਕਿਹੜੀ ਯੂਨੀਵਰਸਿਟੀ ਕਿੰਨੇ ਸਕਾਲਰਸ਼ਿਪ ਦੇ ਰਹੀ ਹੈ। ਮਾਸਟਰ ਪ੍ਰੋਗਰਾਮ ਦੀ ਫੀਸ ਜਿਹੜੀ ਆ 13000 ਪਾਊਂਡ ਦੇ ਆਸ-ਪਾਸ ਅਪਰੋਕਸੀਮੇਟ ਹੈ। ਜਿਹੜੀ ਯੂਨੀਵਰਸਿਟੀ ਦੀ ਫੀਸ 15000 ਹੈ ਉਹ ਤੁਹਾਨੂੰ 2000 ਤੱਕ ਦੀ ਸਕਾਲਰਸ਼ਿਪ ਦੇ ਕੇ 13000 ਪਾਊਂਡ ਤੱਕ ਦੀ ਫੀਸ ਤੁਹਾਨੂੰ ਦੇ ਰਹੀ ਹੈ। ਅਗਰ ਤੁਸੀਂ ਬੈਚਲਰ ਲਈ ਜਾ ਰਹੇ ਹੋ ਤਾਂ ਜਿਹਦੀ ਫੀਸ 12000 ਹੈ ਉਹ ਵੀ ਤੁਹਾਨੂੰ 2000 ਪਾਊਂਡ ਦੀ ਸਕਾਲਰਸ਼ਿਪ ਦੇ ਕੇ 10000 ਪਾਊਂਡ ਤੱਕ ਫੀਸ ਆ ਰਹੀ ਹੈ। ਔਰ ਉਹਦਾ ਹਾਫ ਜਿਹੜਾ ਹੈਗਾ ਦੈਟ ਇਜ਼ 5000 ਪਾਊਂਡ ਟੂ 6000 ਪਾਊਂਡ ਇਹਦੇ ਵਿੱਚ ਤੁਹਾਨੂੰ ਜਿਹੜੀ 50% ਫੀਸ ਹੈ ਉਹ ਡਿਪੋਜ਼ਿਟ ਕਰਾਉਣੀ ਹੈ। ਈਵਨ ਕਿ ਇੱਕ ਦੋ ਯੂਨੀਵਰਸਿਟੀਜ਼ ਇੱਦਾਂ ਦੀਆਂ ਵੀ ਹੈਗੀਆਂ ਸਾਡੇ ਕੋਲ ਕਿ 1000 ਪਾਊਂਡ ਦਾ ਡੀ ਬਣਾਉਣਾ, ਡਿਮਾਂਡ ਡਰਾਫਟ ਬਣਾਉਣਾ। ਤੁਸੀਂ ਫੀਸ ਨਹੀਂ ਭੇਜਣੀ, ਡਿਮਾਂਡ ਡਰਾਫਟ ਬਣਾ ਕੇ ਤੁਸੀਂ ਉੱਥੇ ਭੇਜਣਾ ਕਿ ਅਸੀਂ ਤੁਹਾਡੀ ਡੀ ਬਣਾਤਾ, ਤੁਹਾਡੀ ਸੀਟ ਜਿਹੜੀ ਹੈਗੀ ਆ ਹੋਲਡ ਹੋ ਜਾਏਗੀ। ਸੋ ਇਸ ਵੇਲੇ ਯੂਕੇ ਬਹੁਤ ਈਜ਼ੀ ਹੋਇਆ ਪਿਆ। ਆਉਣ ਵਾਲਾ ਸਪਟੈਂਬਰ ਇਨਟੇਕ ਯੂਕੇ ਦੇ ਲਈ ਬਹੁਤ ਜ਼ਿਆਦਾ ਹੋਪਫੁਲਨੈਸ ਲੈ ਕੇ ਆ ਰਿਹਾ, ਹੈਪੀਨੈਸ ਲੈ ਕੇ ਆ ਰਿਹਾ ਕਿਉਂਕਿ ਪਿਛਲੇ ਜਿਹੜੇ ਇਨਟੇਕ ਹੈਗੇ ਯੂਕੇ ਬੜੇ ਹੌਜ-ਪੌਜ ਨਿਕਲੇ ਆ। ਯੂਕੇ ਕਿਉਂ ਅਪਲਾਈ ਕਰਨਾ ਚਾਹੀਦਾ, ਮੈਂ ਐਲੀਜੀਬਿਲਿਟੀ ਤੁਹਾਨੂੰ ਦੱਸ ਦਿੱਤੀ ਹੈ। ਤੁਹਾਨੂੰ ਮੈਂ ਕੋਰਸਿਸ ਦੀ ਡਿਟੇਲ ਅੱਗੇ ਆਉਣ ਵਾਲਾ ਮੇਰੇ ਟਾਈਮ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ। ਇਸ ਵੇਲੇ ਤੁਹਾਨੂੰ ਮਾਸਟਰ ਪ੍ਰੋਗਰਾਮ ਦਾ ਦੱਸਦਾ। ਨੈਕਸਟ ਕਿਹੜਾ ਹੈਗਾ, ਅਗਰ ਬੱਚਾ ਬੈਚਲਰ ਲਈ ਜਾ ਰਿਹਾ, ਬੈਚਲਰ ਪ੍ਰੋਗਰਾਮ ਦੇ ਲਈ 3 ਸਾਲ ਦੀ ਬੈਚਲਰ ਹੁੰਦੀ ਹੈ। ਈਵਨ ਜਿਹੜੀ ਮਾਸਟਰ ਹੈ, ਮਾਸਟਰ ਵੀ 1 ਸਾਲ ਤੋਂ ਲੈ ਕੇ 2 ਸਾਲ ਤੱਕ ਦੀ ਹੈ। ਬੈਚਲਰ ਪ੍ਰੋਗਰਾਮ ਜਿਹੜਾ 3 ਸਾਲ ਦਾ ਹੈਗਾ ਉਹਦੇ ਤੋਂ ਬਾਅਦ 'ਚ ਤੁਹਾਨੂੰ 2 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਜਿਹੜਾ ਉਹ ਹਰੇਕ ਬੱਚੇ ਨੂੰ ਮਿਲੇਗਾ ਹੀ ਮਿਲੇਗਾ। ਦੈਟ ਇਜ਼ ਟਾਇਰ 4 ਦਾ ਇਹ ਹਿੱਸਾ ਹੈਗਾ। ਜਦੋਂ ਅਸੀਂ ਗੱਲ ਕਰਦੇ ਪਏ ਕਿ 2010-11 ਵਿੱਚ ਬੱਚੇ ਅਸੀਂ ਭੇਜਦੇ ਸੀ, 2008 ਵਿੱਚ ਬੱਚੇ ਭੇਜਦੇ ਸੀ, ਉਦੋਂ ਜਿਹੜਾ ਬੱਚੇ ਦੀ ਐਜੂਕੇਸ਼ਨ ਤੋਂ ਬਾਅਦ 'ਚ ਉਹਨੂੰ ਵਰਕ ਪਰਮਿਟ ਮਿਲਦਾ ਸੀ ਉਦੋਂ ਉਹਨੂੰ ਟੀਅਰ 2 ਦਾ ਨਾਮ ਦਿੱਤਾ ਜਾਂਦਾ ਸੀ, ਜਿਹੜੀ ਕਿ ਹੁਣ ਕੈਟੇਗਰੀ ਚੇਂਜ ਹੋ ਗਈ ਹੈ। ਹੁਣ ਅਗਰ ਜਿਹੜਾ ਤੁਹਾਨੂੰ ਪੁਆਇੰਟ ਬੇਸ ਸਟੱਡੀ ਵਰਕ ਪਰਮਿਟ 100% ਮਿਲੇਗਾ, ਉਹਦੇ ਲਈ ਕੋਈ ਹੋਰ ਵੀਜ਼ਾ ਨਹੀਂ ਹੈ। ਉਸ ਤੋਂ ਬਾਅਦ 'ਚੋਂ ਆਉਂਦਾ ਟੀਅਰ 2,
ਜਿਹੜੀ ਅੱਜ ਅਨਾਉਂਸਮੈਂਟ ਹੋਈ ਹੈ ਯੂਕੇ ਪਾਰਲੀਮੈਂਟ ਨੇ ਅਨਾਉਂਸਮੈਂਟ ਅੱਜ ਇੱਕ ਬਿੱਲ ਪਾਸ ਕੀਤਾ, ਦੈਟ ਇਜ਼ ਪੁਆਇੰਟ ਬੇਸ ਇਮੀਗ੍ਰੇਸ਼ਨ ਸਿਸਟਮ। ਉਹਦੇ ਉੱਤੇ ਜਿਹੜੀ ਥੋੜ੍ਹੀ ਜਿਹੀ ਕਾਲੇ ਬੱਦਲ ਛਾਏ ਹੋਏ ਸੀ, ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਉਹ ਹੁਣ ਵਾਰੀ ਆ ਗਈ ਹੈਗੀ ਕਿ ਅਗਰ ਤੁਸੀਂ ਉੱਥੇ ਆਪਣੀ ਡਿਗਰੀ ਕੰਪਲੀਟ ਕਰ ਲੈਂਦੇ ਆ, ਡਿਗਰੀ ਕੰਪਲੀਟ ਕਰਕੇ ਉਹ ਡਿਗਰੀ ਕੰਪਲੀਟ ਕਰਨ ਤੋਂ ਬਾਅਦ ਚੋਂ ਤੁਸੀਂ ਇਸ ਤੋਂ ਬਾਅਦ ਚੋਂ 2 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਵੀ ਲੈ ਲੈਂਦੇ ਆ। ਵਰਕ ਪਰਮਿਟ ਲੈਣ ਤੋਂ ਬਾਅਦ ਚੋਂ ਤੁਹਾਡਾ ਜਿਹੜਾ ਟੀਅਰ 2 ਜਿਹੜਾ ਪ੍ਰੋਗਰਾਮ ਹੈਗਾ ਉਹ ਕਿਸ ਤਰੀਕੇ ਨਾਲ ਤੁਸੀਂ ਅਪਲਾਈ ਕਰਨਾ, ਉਹ ਜਿਹੜਾ ਹੈਗਾ ਟੀਅਰ 2 ਦੇ ਉੱਤੇ ਕਾਲੇ ਬੱਦਲ ਥੋੜ੍ਹੇ ਦਿਨ ਪਹਿਲਾਂ ਛਾ ਗਏ ਸੀਗੇ ਕਿ ਹੋ ਸਕਦਾ ਕੋਵਿਡ ਕਰਕੇ ਉੱਥੇ ਬਹੁਤ ਸਾਰੀਆਂ ਜੌਬਸ ਚਲੇ ਗਈਆਂ ਜਾਂ ਕੁਝ ਵੀ ਹੋ ਗਿਆ, ਸਿਨੈਰੀਓ ਚੇਂਜ ਹੋ ਗਿਆ, ਹੋ ਸਕਦਾ ਪੁਆਇੰਟ ਬੇਸ ਸਿਸਟਮ ਇਮੀਗ੍ਰੇਸ਼ਨ ਨੂੰ ਯੂਕੇ ਜਿਹੜੀ ਗਵਰਨਮੈਂਟ ਹੈ ਉਹ ਪੋਸਟਪੋਨ ਕਰਦੇ 1 ਜਾਂ 2 ਸਾਲ ਦੇ ਲਈ। ਬਟ ਅੱਜ ਜਿਹੜੀ ਉਹ ਗੁੱਡ ਨਿਊਜ਼ ਆਈ ਹੈ ਕਿ ਅਗਰ ਤੁਸੀਂ ਉਹਦਾ ਜਿਹੜਾ ਹੈਗਾ ਉਹ ਐਕਟ ਪਾਸ ਹੋ ਗਿਆ ਉੱਥੇ ਜਿਹੜਾ ਕਿ ਉਹ ਪੁਆਇੰਟ ਬੇਸ ਸਿਸਟਮ ਇਮੀਗ੍ਰੇਸ਼ਨ ਸਿਸਟਮ ਐਜ਼ ਇਟ ਇਜ਼ ਕੰਟੀਨਿਊ ਹੋ ਰਿਹਾ। ਉਹਦੇ ਵਿੱਚ ਕੀ ਹੈਗਾ, ਉਹਦੇ ਵਿੱਚ ਇਹ ਹੈਗਾ ਕਿ ਤਕਰੀਬਨ ਤੁਹਾਨੂੰ 130 ਪੁਆਇੰਟ ਹੁੰਦੇ, 130 ਪੁਆਇੰਟ ਦੇ ਵਿੱਚੋਂ 70 ਪੁਆਇੰਟਸ ਤੁਹਾਨੂੰ ਚਾਹੀਦੇ ਆ। 70 ਪੁਆਇੰਟਸ ਤੁਹਾਡੇ ਬਹੁਤ ਈਜ਼ੀਲੀ ਪੂਰੇ ਹੋ ਜਾਂਦੇ। ਮੈਂ ਤੁਹਾਨੂੰ ਫਿਰ ਦੱਸ ਦਿੰਦਾ, ਉਹ ਬੱਚੇ ਜਿਹੜੇ ਉੱਥੇ ਮਾਸਟਰਸ ਕਰਨਗੇ, ਫਿਰ ਮੈਂ ਦੁਬਾਰਾ ਕਹਿ ਦਿੰਦਾ ਬੱਚਿਓ, ਜਿਹੜੇ ਬੱਚੇ ਬੈਚਲਰ ਕਰਨ ਜਾ ਰਹੇ ਆ ਉਹ ਇਹ ਦਿਮਾਗ 'ਚ ਰੱਖ ਕੇ ਜਾਣ ਕਿ 1 ਸਾਲ ਦੀ ਮਾਸਟਰਸ ਉਹਨਾਂ ਨੂੰ ਕਰਨੀ ਪਏਗੀ ਫੋਰ ਅਗਰ ਜਿਹੜਾ ਟੀਅਰ 2 ਵੀਜ਼ਾ ਉਹਨਾਂ ਨੇ ਲੈਣਾ ਦੈਟ ਇਜ਼ ਪੁਆਇੰਟ ਬੇਸ ਸਿਸਟਮ। ਉਹਦੇ ਵਿੱਚ ਕਿਉਂ ਮਾਸਟਰ ਕਰਨੀ ਪਏਗੀ, ਉਹਦੇ ਮੈਂ ਪੁਆਇੰਟ ਤੁਹਾਨੂੰ ਅੱਗੇ ਦੱਸ ਦੇਣਾ। ਹਾਂ, ਜੇ ਉਹੀ ਬੱਚੇ ਇੰਜੀਨੀਅਰਿੰਗ ਦੇ ਵਿੱਚ ਜਾਂਦੇ ਆ, ਜਿੰਨੀ ਵੀ ਇੰਜੀਨੀਅਰਿੰਗ ਹੈ, ਚਾਹੇ ਉਹ ਸਿਵਲ ਹੈ, ਮਕੈਨੀਕਲ ਹੈ, ਇਲੈਕਟ੍ਰੋਨਿਕਲ ਹੈ, ਕੰਸਟਰਕਸ਼ਨ ਦੇ ਵਿੱਚ ਹੈਗੀ ਆ, ਜਾਂ IT ਦੇ ਵਿੱਚ ਤੁਹਾਡੀ ਉਹ ਇੰਜੀਨੀਅਰਿੰਗ ਹੈਗੀ ਹੈ, ਉਹ ਸਾਰੀਆਂ ਇੰਜੀਨੀਅਰਿੰਗ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਜਾਣ ਵਾਲੇ ਬੱਚੇ, ਈਵਨ ਇਹਦੇ ਵਿੱਚ ਟੀਚਰਸ ਹੈਗੇ ਆ, ਨਰਸਿਸ ਹੈਗੇ ਆ, ਅਗਰ ਨਰਸਿੰਗ ਦਾ ਕੋਰਸ ਤੁਸੀਂ ਕਰ ਰਹੇ ਹੋ ਉੱਥੇ, ਈਵਨ ਇਹਦੇ ਵਿੱਚ 1-2 ਆਰਟਿਸਟ ਦੇ ਕੋਰਸ ਹੈਗੇ ਆ, ਮਿਊਜ਼ੀਸ਼ੀਅਨ ਹੈ, ਕੋਰੀਓਗ੍ਰਾਫਰਸ ਹੈਗੇ ਆ। ਇਹਨਾਂ ਦੇ ਜਿਹੜੇ ਕੋਰਸਿਸ ਹੈਗੇ ਆ ਉਹ ਤੁਹਾਨੂੰ ਹੈਲਪਫੁਲ ਰਹਿਣਗੇ ਫੋਰ ਬੈਚਲਰ ਡਿਗਰੀ ਤੋਂ ਬਾਅਦ 'ਚ ਪੁਆਇੰਟ ਬੇਸ ਸਿਸਟਮ ਦੇ ਵਿੱਚ ਜਾਣ ਦੇ ਲਈ। ਉਹਨਾਂ ਨੂੰ ਮਾਸਟਰ ਕਰਨ ਦੀ ਜ਼ਰੂਰਤ ਨਹੀਂ ਪੈਣਗੀ। ਮਾਸਟਰ ਕਿਹਨਾਂ ਨੂੰ ਕਰਨੀ ਪਏਗੀ, ਜਿਹੜੇ ਬੱਚੇ ਅਕਾਊਂਟਿੰਗ ਦਾ ਕੋਰਸ ਲੈ ਕੇ ਜਾ ਰਹੇ, ਜਿਹੜੇ ਬਿਜ਼ਨਸ ਦਾ ਕੋਰਸ ਲੈ ਕੇ ਜਾ ਰਹੇ ਆ, ਜਿਹੜੇ ਆਰਟਸ ਵਾਲੇ ਬੱਚੇ ਹੌਸਪਿਟੈਲਿਟੀ ਦਾ ਕੋਰਸ ਲੈ ਕੇ ਜਾ ਰਹੇ ਉਹਨਾਂ ਨੂੰ ਵੀ ਨਹੀਂ ਪਏਗੀ। ਦੋਸਤੋ ਫਿਰ ਮੈਂ ਸੁਣ ਲਓ, ਸਪਟੈਂਬਰ ਇਨਟੇਕ ਤੁਹਾਡੇ ਲਈ ਇੰਨਾ ਜ਼ਿਆਦਾ ਇੰਪੋਰਟੈਂਟ ਕਿਉਂ ਹੈਗਾ। ਸਪਟੈਂਬਰ ਇਨਟੇਕ ਇੰਪੋਰਟੈਂਟ ਹੈ ਕਿਉਂਕਿ ਸਾਰੇ ਜਿਹੜੇ ਕੋਰਸਿਸ ਦਾ ਮੈਂ ਤੁਹਾਨੂੰ ਨਾਂ ਲੈ ਰਿਹਾ, ਇਹ ਸਾਰੇ ਦੇ ਸਾਰੇ ਕੋਰਸਿਸ ਸਪਟੈਂਬਰ ਇਨਟੇਕ ਦੇ ਵਿੱਚ ਸਟਾਰਟ ਹੋ ਰਹੇ ਆ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਪਟੈਂਬਰ ਅਗਰ ਤੁਸੀਂ ਮਿਸ ਕਰ ਗਏ ਦੈਨ ਅਗਲਾ ਇਨਟੇਕ ਹੈਗਾ ਜਨਵਰੀ ਇਨਟੇਕ ਦੇ ਵਿੱਚ ਇਹ ਸਾਰੇ ਕੋਰਸਿਸ ਨਹੀਂ ਹੈਗੇ, ਮਈ ਦੇ ਵਿੱਚ ਵੀ ਸਾਰੇ ਕੋਰਸਿਸ ਨਹੀਂ ਹੈਗੇ। ਸੋ ਸਪਟੈਂਬਰ ਇਨਟੇਕ ਦੇ ਵਿੱਚ ਜਿਹੜੇ ਬੱਚੇ +2 ਆਰਟਸ ਕੀਤੇ ਆ ਦੇ ਕੈਨ ਗੋ ਫॉर ਦਾ ਹੌਸਪਿਟੈਲਿਟੀ ਪ੍ਰੋਗਰਾਮ, ਕਲਨਰੀ ਆਰਟਸ ਪ੍ਰੋਗਰਾਮ, ਕਿਉਂਕਿ ਜਿਹੜੇ ਕੁੱਕ ਸ਼ੈਫ ਹੈਗੇ ਆ ਉਹਨਾਂ ਦੇ ਲਈ ਉਹਨਾਂ ਦਾ ਸ਼ਾਰਟ ਲਿਸਟਡ ਦੇ ਵਿੱਚ ਉਹਨਾਂ ਦਾ ਨਾਮ ਹੈਗਾ, ਉਹਨੂੰ 20 ਪੁਆਇੰਟ ਮਿਲਦੇ। ਉਹ ਮੈਂ ਤੁਹਾਨੂੰ ਅੱਗੇ ਆਉਣ ਵਾਲੇ ਅੱਗੇ ਸਮਝਾਉਣਾ ਜਰਾ। ਪਹਿਲਾਂ ਇਹ ਗੱਲ ਮੇਰੀ ਸਮਝ ਲਓ, ਜਿਹੜੇ ਬੱਚੇ +2 ਕਰਕੇ ਇੰਜੀਨੀਅਰਿੰਗ ਲਈ ਜਾ ਰਹੇ ਆ, ਜਿਹੜੇ ਬੱਚੇ ਨਾਨ ਮੈਡੀਕਲ ਹੈ ਉਹ ਕੋਈ ਵੀ ਇੰਜੀਨੀਅਰਿੰਗ ਲੈ ਲੈਣ, ਚਾਹੇ ਸਿਵਲ, ਇਲੈਕਟ੍ਰੀਕਲ, ਇਲੈਕਟ੍ਰੋਨਿਕਲ, ਮਕੈਨੀਕਲ ਜਾਂ ਤੁਹਾਡੀ ਜਿਹੜੀ ਹੈਗੀ ਆ ਕੰਪਿਊਟਰ ਇੰਜੀਨੀਅਰਿੰਗ, ਕਿਸੇ ਵੀ ਤਰ੍ਹਾਂ ਦੇ ਜਿੱਥੇ ਇੰਜੀਨੀਅਰਿੰਗ ਵਰਡ ਆ ਗਿਆ, ਉਹ ਬੱਚਿਆਂ ਨੂੰ ਅੱਗੇ ਸ਼ਾਰਟ ਸਕਿੱਲ ਦੇ ਵਿੱਚ 20 ਪੁਆਇੰਟ ਐਕਸਟਰਾ ਮਿਲਣਗੇ PR ਦੇ ਲਈ। ਜਿਹੜੇ ਬੱਚੇ +2 ਕੀਤੀ ਆ ਉਹ ਹੌਸਪਿਟੈਲਿਟੀ 'ਚ ਜਾ ਸਕਦੇ ਆ, ਨਾਨ ਮੈਡੀਕਲ ਵਾਲੇ ਇੰਜੀਨੀਅਰਿੰਗ 'ਚ ਜਾ ਸਕਦੇ। ਕਮਰਸ ਵਾਲੇ ਬੱਚਿਆਂ ਦੇ ਲਈ ਪ੍ਰੋਬਲਮ ਆ ਥੋੜ੍ਹੀ ਜਿਹੀ, ਕਿਉਂਕਿ ਬਿਜ਼ਨਸ ਦਾ ਕੋਰਸ ਅਗਰ ਉਹ ਲੈ ਕੇ ਜਾ ਰਹੇ ਜਾਂ ਅਕਾਊਂਟਿੰਗ ਦਾ ਕੋਰਸ ਉਹ ਲੈ ਕੇ ਜਾ ਰਹੇ ਤਾਂ ਉਹਨਾਂ ਨੂੰ ਮਾਸਟਰਸ ਦੀ ਕਰਨ ਦੀ ਲੋੜ ਪਏਗੀ, ਉੱਥੇ 100% ਹੈ। ਉਹਦੇ ਲਈ ਵੀ ਮੈਂ ਤੁਹਾਨੂੰ ਸਮਝਾ ਦਿੰਦਾ ਕਿਉਂ ਕਰਨੀ ਪਏਗੀ। ਸੋ ਜਿਹੜੇ ਬੱਚੇ, ਕਿਉਂਕਿ ਪਹਿਲੇ ਅੱਗੇ ਤੁਹਾਡੇ ਜਿਹੜੇ 70 ਪੁਆਇੰਟ ਤੁਹਾਨੂੰ ਪੂਰੇ ਕਰਨੇ ਆ, ਉਹ ਕਿੱਦਾਂ ਪੂਰੇ ਹੋਣੇ ਆ। ਪਹਿਲੇ 20 ਪੁਆਇੰਟ ਤੁਹਾਨੂੰ ਮਿਲਦੇ ਕਿ ਉੱਥੇ ਜਿਹੜਾ ਲਾਇਸੈਂਸ ਸਪੌਂਸਰਡ ਤੁਹਾਡਾ ਇੰਪਲੋਇਰ ਆ ਉਹਦੇ ਤੁਹਾਨੂੰ 20 ਪੁਆਇੰਟ ਮਿਲਦੇ ਆ। ਲਾਇਸੈਂਸ ਸਪੌਂਸਰ ਮੈਂ ਤੁਹਾਨੂੰ ਬਾਰ-ਬਾਰ ਸਮਝਾ ਚੁੱਕਾ, ਹੁਣ ਫੇਰ ਤੁਹਾਨੂੰ ਸਮਝਾ ਦਿੰਦਾ ਕਿ ਜਿਹੜੀਆਂ ਕੰਪਨੀਆਂ ਨੇ ਉੱਥੇ ਟੀਅਰ 2 ਦੇ ਲਈ ਲਾਇਸੈਂਸ ਲਏ ਹੋਏ ਆ, ਇਹ ਲਾਇਸੈਂਸ 31,000 ਕੰਪਨੀਆਂ ਦੇ ਕੋਲ ਹੈ ਇਸ ਵੇਲੇ। ਔਰ ਆਈ ਐਮ ਫੋਰ ਸ਼ੋਰ ਕਿ ਜਦੋਂ ਤੁਹਾਡੀ ਬੈਚਲਰ ਹੋਏਗੀ ਜਾਂ ਜਦੋਂ ਤੁਹਾਡੀ ਮਾਸਟਰ ਹੋਏਗੀ, ਉਹ ਜਦੋਂ ਤੁਸੀਂ ਇਹ ਪੁਆਇੰਟ ਬੇਸ ਸਿਸਟਮ ਲਈ ਇਮੀਗ੍ਰੇਸ਼ਨ ਲਈ ਅਪਲਾਈ ਕਰੋਗੇ, ਉਦੋਂ ਇਹ ਫਿਗਰ ਜਿਹੜੀ ਹੈਗੀ 31,000 ਤੋਂ ਵੱਧ ਕੇ 2-3 ਲੱਖ ਕੰਪਨੀਜ਼ ਉਦੋਂ ਹੋਏਗੀਆਂ, ਤੁਹਾਨੂੰ 20 ਪੁਆਇੰਟ ਇਹਨਾਂ ਦੇ ਬੜੇ ਈਜ਼ੀਲੀ ਮਿਲਣਗੇ। ਨੈਕਸਟ ਜਿਹੜੇ 20 ਪੁਆਇੰਟ ਹੈਗੇ ਆ ਕਿ ਤੁਹਾਡੀ ਜਿਹੜੀ ਜੌਬ ਆ ਦੈਟ ਸ਼ੁੱਡ ਬੀ ਫॉर ਦਾ ਮੈਨੇਜਰ ਲੈਵਲ। ਹੁਣ ਇੱਥੇ ਤੁਹਾਡੇ ਲਈ ਸਮਝਣ ਵਾਲੀ ਗੱਲ ਹੈ ਕਿ ਇਹ ਪੁਆਇੰਟ, ਇਹ ਮੈਨੇਜਰ ਲੈਵਲ ਦੀ ਪੋਸਟ ਦੇ ਲਈ ਬੈਚਲਰ ਵਾਲੇ ਬੰਦੇ ਨੂੰ ਮੈਨੇਜਰ ਦੀ ਪੋਸਟ ਨਹੀਂ ਮਿਲੇਗੀ। ਇਹ ਮੈਨੇਜਰ ਦੀ ਪੋਸਟ ਲੈਣ ਲਈ ਤੁਹਾਨੂੰ ਮਾਸਟਰਸ ਕਰਨੀ ਪਏਗੀ। ਜਿਹੜੇ ਬੱਚਿਆਂ ਨੇ ਬਿਜ਼ਨਸ ਕੀਤਾ ਹੋਏਗਾ, ਜਿਹੜੇ ਬੱਚਿਆਂ ਨੇ ਅਕਾਊਂਟਿੰਗ ਕੀਤੀ ਹੋਏਗੀ, ਲਾਅ ਕੀਤਾ ਹੋਏਗਾ, ਇਸ ਤਰ੍ਹਾਂ ਦੇ ਕੋਰਸਿਸ ਜਿਹੜੇ ਕਰਨਗੇ ਉਹਨਾਂ ਨੂੰ ਜਿਹੜੇ ਹੈਗੇ ਆ ਦੈਟ ਇਜ਼ ਫॉर ਮਾਸਟਰ ਪ੍ਰੋਗਰਾਮ ਦੀ ਜ਼ਰੂਰਤ ਪਏਗੀ। ਕੁਐਸਚਨ ਹੈ ਇੱਕ BSc ਨਰਸਿੰਗ 6 ਮੈਨ ਸਪਾਊਸ ਵਿਦ ਬੇਬੀ UK ਦਾ ਅਪਲਾਈ ਕਰ ਸਕਦੇ ਆ। ਬਿਲਕੁਲ ਕਰ ਸਕਦੇ ਆ। ਅਗਰ ਤੁਹਾਡੇ ਸਾਰਿਆਂ ਤੋਂ 5.5 ਬੈਂਡ ਹੈਗੇ, ਯੂ ਕੈਨ ਅਪਲਾਈ ਫॉर ਦਾ ਮਾਸਟਰ ਇਨ ਨਰਸਿੰਗ ਪ੍ਰੋਗਰਾਮ। 1 ਸਾਲ ਦਾ ਪ੍ਰੋਗਰਾਮ ਹੈ, ਤੁਸੀਂ ਬੇਬੀ ਔਰ ਆਪਣੇ ਹਸਬੈਂਡ ਨੂੰ ਨਾਲ ਲੈ ਕੇ ਜਾ ਸਕਦੇ ਹੋ। ਇਹਦੇ ਲਈ ਤੁਹਾਡਾ ਜਿਹੜਾ ਖਰਚਾ ਤਕਰੀਬਨ 10 ਲੱਖ ਨਹੀਂ, ਬੇਬੀ ਦੇ ਐਮਬੈਸੀ ਫੀਸ ਔਰ ਮੈਡੀਕਲ ਦਾ ਪਾ ਕੇ ਤਕਰੀਬਨ 12-13 ਲੱਖ ਰੁਪਏ ਦੇ ਆਸ-ਪਾਸ ਆਏਗਾ। ਔਰ ਫੰਡ ਜਿਹੜੇ ਸ਼ੋ ਹੋਣਗੇ ਦੈਟ ਸ਼ੁੱਡ ਬੀ 30 ਲੱਖ ਦੇ ਆਸ-ਪਾਸ
6 ਮਹੀਨੇ ਦੀ ਫੀਸ ਪੇ ਕਰਨ ਤੋਂ ਬਾਅਦ ਚੋਂ। ਹੋਪਫੁਲੀ ਤੁਹਾਨੂੰ ਮੇਰੀ ਇਨਫੋਰਮੇਸ਼ਨ ਲਾਗੇ ਛਾਗੇ ਕਿਤੇ ਪਹੁੰਚ ਗਈ ਹੋਏਗੀ। ਉਸ ਤੋਂ ਬਾਅਦ ਚੋਂ ਜਦੋਂ ਤੁਹਾਡੇ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਪਹਿਲੇ ਤੁਹਾਡੇ 20 ਪੁਆਇੰਟ ਤੁਹਾਨੂੰ ਮਿਲਣੇ ਆ ਉੱਥੇ ਦੇ ਜੌਬਸ ਜਿਹੜੀਆਂ ਕੰਪਨੀ ਤੋਂ, ਅਗਰ ਲਾਇਸੈਂਸ ਸਪਾਂਸਰਡ ਕੰਪਨੀ ਹੈ ਤੁਹਾਨੂੰ ਉੱਥੇ ਵਿੱਚ ਜੌਬ ਮਿਲਦੀ ਪਈ। ਸੈਕੰਡ 20 ਪੁਆਇੰਟ ਜਿਹੜੇ ਹੈਗੇ ਆ ਦੈਟ ਇਜ਼ ਫੋਰ ਮੈਨੇਜਰ ਲੈਵਲ ਦੀ ਪੋਸਟ ਹੋਣੀ ਚਾਹੀਦੀ ਜਾਂ ਡਾਇਰੈਕਟਰ ਲੈਵਲ ਦੀ ਪੋਸਟ ਹੋਣੀ ਚਾਹੀਦੀ, ਤੁਹਾਨੂੰ ਉਹਦੇ 20 ਪੁਆਇੰਟ ਮਿਲਦੇ। ਫੋਰ ਐਗਜ਼ਾਮਪਲ ਇਹਦੇ ਤੁਹਾਨੂੰ 20 ਪੁਆਇੰਟ ਨਹੀਂ ਮਿਲੇ, ਅਗਰ ਤੁਸੀਂ ਇੰਜੀਨੀਅਰਿੰਗ ਕੀਤੀ ਹੈ ਤੁਹਾਨੂੰ ਇਹਦੇ 20 ਪੁਆਇੰਟ ਨਹੀਂ ਮਿਲਣਗੇ ਤਾਂ ਅੱਗੇ ਤੁਹਾਡੇ ਪੁਆਇੰਟ ਕਿੱਦਾਂ ਪੂਰੇ ਹੋਣਗੇ। ਥਰਡ ਤੁਹਾਨੂੰ 10 ਪੁਆਇੰਟ ਮਿਲਦੇ ਆ ਤੁਹਾਡੀ ਇੰਗਲਿਸ਼ ਐਬਿਲਿਟੀ ਦੀ। ਅਗਰ ਇੰਗਲਿਸ਼ ਮੇਨਟੇਨੈਂਸ ਅਗਰ ਤੁਸੀਂ ਜਿਹੜੇ ਮੈਂ ਵਿਦਆਊਟ ਆਇਲਸ ਅਗਰ ਤੁਸੀਂ ਅਪਲਾਈ ਕਰ ਰਹੇ ਹੋ ਤਾਂ ਉਹਦੇ ਵਿੱਚ ਵੀ ਤੁਹਾਡਾ ਇੰਗਲਿਸ਼ ਦਾ ਲੈਵਲ ਠੀਕ ਹੈਗਾ ਤੇ ਉਹਦੇ ਤੁਹਾਨੂੰ 10 ਪੁਆਇੰਟ ਮਿਲਦੇ ਆ। ਤੀਸਰਾ ਜਿਹੜਾ ਚੌਥਾ ਪੁਆਇੰਟ ਹੈਗਾ ਤੁਹਾਡੀ ਸੈਲਰੀ 25,600 ਪਾਉਂਡ ਤੋਂ ਅਬਵ ਤੁਹਾਡੀ ਸੈਲਰੀ ਹੈਗੀ ਤੇ ਤੁਹਾਨੂੰ 20 ਪੁਆਇੰਟ ਉਹਦੇ ਮਿਲਦੇ ਆ। ਇਸ ਤੋਂ ਬਾਅਦ 'ਚੋਂ 20 ਪੁਆਇੰਟ ਤੁਹਾਨੂੰ ਮਿਲਦੇ ਸ਼ਾਰਟ ਸਕਿੱਲਸ ਦੇ ਉੱਤੇ। ਇਹ ਟੋਟਲ ਪੁਆਇੰਟ ਹੋ ਗਏ ਤੁਹਾਡੇ 90। ਇਹਦੇ ਵਿੱਚ ਜਿਹੜੇ ਬੱਚਿਆਂ ਨੂੰ ਮੈਨੇਜਰ ਦੀ ਪੋਸਟ ਨਹੀਂ ਮਿਲੀ ਉਹ ਬੱਚੇ ਸ਼ਾਰਟ ਸਕਿੱਲ ਦੇ ਵਿੱਚ ਹੈਗੇ ਆ ਤੇ ਉਹ ਤੁਹਾਡੇ 70 ਪੁਆਇੰਟ ਪੂਰੇ ਹੋ ਗਏ। ਬੜੇ ਈਜ਼ੀਲੀ ਤੁਹਾਨੂੰ ਜਿਹੜੀ PR ਜਿਹੜੀ ਹੈਗੀ ਆ ਉੱਥੇ ਹੋ ਜਾਏਗੀ। ਹੁਣ ਤੁਹਾਨੂੰ ਦੱਸ ਦਿੰਦਾ ਮੈਂ, ਹਰਨੀਤ ਓਵਰਸੀਜ਼ ਸਾਡੀ ਕੰਪਨੀ ਜਿਹੜੀ ਹੈਗੀ ਆ ਉਹ ਉਹਨਾਂ ਲਈ ਵੀ ਡਾਇਰੈਕਟ ਜਿਹੜੇ ਇੱਥੋਂ ਅਪਲਾਈ ਕਰਨਾ ਚਾਹੁੰਦੇ ਪੁਆਇੰਟ ਬੇਸਡ ਇਮੀਗ੍ਰੇਸ਼ਨ ਸਿਸਟਮ ਲਈ ਉਹਨਾਂ ਦੀ ਹੈਲਪ ਕਰ ਰਹੀ ਆ। ਤੁਸੀਂ ਆਪਣੇ ਰਿਜ਼ਿਊਮ ਸਾਨੂੰ ਸ਼ੇਅਰ ਕਰੋ, ਤੁਹਾਡੀ ਅਸੀਂ ਜਿਹੜੀ ਇੰਪਲੋਏਬਿਲਿਟੀ ਉੱਥੇ ਫਾਈਂਡ ਆਊਟ ਕਰ ਰਹੇ ਹਾਂ, ਸਰਚ ਕਰ ਰਹੇ ਹਾਂ। ਉੱਥੇ ਦੀਆਂ ਸਾਡੀ ਕੰਪਨੀਜ਼ ਜਿਹੜੀਆਂ ਉੱਥੇ ਹੈਗੀਆਂ ਉਹਨਾਂ ਨਾਲ ਸਾਡਾ ਟਾਈ ਅਪ ਹੋ ਚੁੱਕਾ। ਅਸੀਂ ਤੁਹਾਨੂੰ ਉੱਥੇ ਜਿਹੜੀ ਹੈਗੀ ਆ ਇੰਪਲੋਏਬਿਲਿਟੀ ਦਵਾ ਕੇ ਤੁਹਾਡੇ ਉਹ 70 ਪੁਆਇੰਟ ਪੂਰੇ ਕਰਕੇ ਤੁਹਾਨੂੰ ਵੀਜ਼ਾ ਜਿਹੜਾ ਹੈਗਾ UK ਦਾ ਪੁਆਇੰਟ ਬੇਸਡ ਸਿਸਟਮ ਸਿੱਧਾ ਹੀ ਇੱਥੋਂ ਲਵਾ ਕੇ ਦੇ ਸਕਦੇ। ਤੁਹਾਨੂੰ ਉਹਦੇ ਲਈ ਕੀ ਚਾਹੀਦਾ ਕਿ ਤੁਹਾਡੇ ਕੋਲ ਸ਼ਾਰਟ ਸਕਿੱਲਸ ਜਿਹੜੀਆਂ ਲਿਸਟਾਂ ਹੈਗੀਆਂ, ਜਿੰਨੇ ਅਗਰ ਤੁਸੀਂ ਇੰਜੀਨੀਅਰਿੰਗ ਕੀਤੀ ਹੋਈ ਹੈ ਕਿਸੇ ਵੀ ਤਰ੍ਹਾਂ ਦੀ ਇੰਜੀਨੀਅਰਿੰਗ ਵਿਦ 2 ਈਅਰ ਮਿਨੀਮਮ ਐਕਸਪੀਰੀਅੰਸ ਤੁਹਾਡੇ ਕੋਲ ਹੈਗਾ ਤੇ ਤੁਸੀਂ ਸਿੱਧਾ ਪੁਆਇੰਟ ਬੇਸਡ ਸਿਸਟਮ ਇਮੀਗ੍ਰੇਸ਼ਨ ਦੇ ਵਿੱਚ ਅਪਲਾਈ ਕਰ ਸਕਦੇ ਹੋ UK ਦੇ ਲਈ। ਸੋ ਦੋਸਤੋ ਇਹ ਮੇਰੇ ਹਿਸਾਬ ਦੇ ਨਾਲ ਤੁਹਾਨੂੰ ਮੈਂ ਦੱਸ ਦਿੱਤਾ। ਇਹਦੇ ਨਾਲ ਅਗਰ ਤੁਸੀਂ ਉਸ ਪੁਆਇੰਟ ਬੇਸਡ ਸਿਸਟਮ ਦੇ ਵਿੱਚ ਆ ਗਏ, ਤੁਹਾਡੇ 5 ਸਾਲ ਉੱਥੇ ਵਰਕਿੰਗ UK ਦੇ ਹੋ ਗਏ, ਯੂ ਵਿਲ ਬੀ ਪਰਮਾਨੈਂਟ ਰੈਜ਼ੀਡੈਂਟ ਫॉर ਦਾ UK। ਔਰ UK ਦਾ ਜਿਹੜਾ ਰੈੱਡ ਪਾਸਪੋਰਟ ਹੈਗਾ, ਤੁਹਾਨੂੰ ਪਤਾ ਕਿ ਦੁਨੀਆ ਦਾ ਸਭ ਤੋਂ ਇੰਪੋਰਟੈਂਟ ਪਾਸਪੋਰਟ UK ਦਾ ਹੈਗਾ ਇਸ ਵੇਲੇ। ਸੋ ਅਗਰ ਤੁਹਾਨੂੰ ਔਰ ਇਸ ਵੇਲੇ ਵਿਦਆਊਟ ਆਇਲਸ ਤੁਹਾਨੂੰ ਅਪਲਾਈ ਕਰਨ ਦੀ ਦੇ ਰਿਹਾ, ਗੈਪ ਦੇ ਨਾਲ ਅਪਲਾਈ ਕਰਨ ਦੀ ਤੁਹਾਨੂੰ ਆਪਸ਼ਨ ਦੇ ਰਿਹਾ, ਸਪਾਊਸ ਤੁਹਾਡਾ ਨਾਲ ਜਾ ਸਕਦਾ, ਬੱਚੇ ਤੁਹਾਡੇ ਨਾਲ ਜਾ ਸਕਦੇ ਆ, 1-2 ਕੇਸਿਸ ਰਿਫਿਊਜ਼ਲ ਹੈਗੀਆਂ ਤਾਂ ਤੁਸੀਂ ਨਾਲ ਜਾ ਸਕਦੇ ਹੋ। ਸੋ ਇਸ ਤੋਂ ਈਜ਼ੀ ਟਾਈਮ ਜਿਹੜਾ ਹੈਗਾ ਉਹ UK ਕਦੀ ਵੀ ਨਹੀਂ ਹੋ ਸਕਦਾ। ਫਿਰ ਮੈਂ ਤੁਹਾਨੂੰ ਬਾਰ-ਬਾਰ ਕਹਿੰਦਾ, ਜਿਹੜੇ ਬੱਚੇ ਨੇ +2 ਕੀਤੀ ਹੋਈ ਹੈ ਉਹਨਾਂ ਦੇ ਲਈ ਇਸ ਵੇਲੇ ਜ਼ਿਆਦਾ ਇੰਪੋਰਟੈਂਟ ਟਾਈਮ ਹੈ, ਬਿਕੋਜ਼ ਨਰਸ ਜਿਹੜੇ ਬੈਚਲਰ ਜਿਹੜੇ ਇੰਜੀਨੀਅਰਿੰਗ ਦੇ ਸਾਰੇ ਕੋਰਸਿਸ ਆ ਉਹ ਇਸ ਵੇਲੇ ਅਵੇਲੇਬਲ ਹੈਗੇ ਆ ਹੁਣ ਸਪਟੈਂਬਰ ਇਨਟੇਕ ਦੀ। ਹੁਣ ਜਿਹੜੀ ਗੱਲ ਆਉਂਦੀ ਕਿ ਬਹੁਤ ਸਾਰੇ ਬੱਚੇ ਮੈਨੂੰ ਕੁਐਸਚਨ ਕਰਦੇ ਆ ਕਿ ਤੁਸੀਂ ਪੈਕੇਜ ਕਰਦੇ ਹੋ ਕਿ ਨਹੀਂ ਕਰਦੇ। ਦੋਸਤੋ ਪੈਕੇਜ ਦੇ ਵਿੱਚ ਮੈਂ ਹਮੇਸ਼ਾ ਹੀ ਇਹਨੂੰ ਡਿਸਕਰੇਜ ਕਰਦਾ ਕਿ ਪੈਕੇਜ ਨਹੀਂ ਕਰਨੇ ਚਾਹੀਦੇ। ਕਾਰਨ ਕੀ ਹੈ? ਪੈਕੇਜ ਜਦੋਂ ਤੁਸੀਂ ਇੱਕ ਏਜੰਟ ਨੂੰ, ਕਿਸੇ ਕੰਸਲਟੈਂਟ ਨੂੰ ਤੁਸੀਂ ਜਾ ਕੇ ਕਹਿੰਦੇ ਆ ਕਿ ਅਸੀਂ ਪੈਕੇਜ ਕਰਨਾ ਚਾਹੁੰਦੇ, ਮਤਲਬ ਕਿ ਤੁਸੀਂ ਡਰੇ ਹੋਏ ਹੋ। ਡਰੇ ਕਿਸ ਚੀਜ਼ ਤੋਂ ਹੋਏ ਹੋ ਕਿ ਤੁਹਾਡਾ ਵੀਜ਼ਾ ਆਏਗਾ ਜਾਂ ਨਹੀਂ ਆਏਗਾ। ਮੈਂ ਇੱਥੇ ਬੈਠ ਕੇ ਤੁਹਾਨੂੰ ਪ੍ਰੋਮਿਸ ਕਰ ਰਿਹਾ ਕਿ ਜਿਹੜੀਆਂ ਫੀਸਾਂ, ਕਈਆਂ ਨੂੰ ਇਹ ਲੱਗਦਾ ਕਿ ਪਤਾ ਨਹੀਂ ਜਿਹੜੀ ਅਸੀਂ ਫੀਸ ਭੇਜਣੀ ਉਹ ਵਾਪਸ ਆਣੀ ਹੈ ਕਿ ਨਹੀਂ ਆਣੀ। ਇਹਦੇ ਵਿੱਚ ਮੈਂ ਤੁਹਾਨੂੰ ਫੋਰ ਸ਼ੋਰ ਹੋ ਕੇ ਕਹਿੰਦਾ ਕਿ ਜਿਹੜੀ ਫੀਸ ਤੁਹਾਡੀ ਯੂਨੀਵਰਸਿਟੀ ਨੂੰ ਜਾ ਰਹੀ ਹੈ ਉਹਦੀ ਵਾਪਸੀ ਦੀ ਜ਼ਿੰਮੇਵਾਰੀ ਸਾਡੀ ਹੈ। ਤੁਸੀਂ ਹਲੇ ਸਾਨੂੰ ਦਿੱਤੀ ਜਾਂ ਨਹੀਂ ਦਿੱਤੀ, ਦੈਟ ਇਜ਼ ਨੋਟ ਮੈਟਰ। ਉਹ ਮੈਟਰ ਆਫ ਕੰਸਰਨ ਨਹੀਂ ਹੈਗਾ ਕਿ ਤੁਸੀਂ ਫੀਸ ਸਾਨੂੰ ਪੇ ਕੀਤੀ ਕਿ ਯੂਨੀਵਰਸਿਟੀ ਨੂੰ ਪੇ ਕੀਤੀ। ਅਸੀਂ ਤੁਹਾਨੂੰ ਆਫਰ ਲੈਟਰ ਪ੍ਰੋਵਾਈਡ ਕਰ ਰਹੇ ਹਾਂ ਯੂਨੀਵਰਸਿਟੀ ਤੋਂ ਲੈ ਕੇ, ਤੇ ਸਾਡੀ ਜ਼ਿੰਮੇਵਾਰੀ ਹੈ ਕਿ ਤੁਹਾਡੀ ਜਿਹੜੀ ਫੀਸ ਉੱਥੇ ਤੁਸੀਂ ਪੇ ਕਰੋਗੇ ਉਹ 100% ਜਿਹੜੀ ਹੈਗੀ ਆ ਉਹ ਅਸੀਂ ਰਿਫੰਡ ਦਵਾਈਏ। 100% ਦਾ ਮਤਲਬ ਹੈ ਕਿ ਜੋ ਉਹਨਾਂ ਨੇ ਆਪਣੀ ਪ੍ਰੋਸੈਸਿੰਗ ਕੱਟਣੀ ਹੈ ਇਨ ਕੇਸ ਆਫ ਵੀਜ਼ਾ ਤੁਹਾਡਾ ਰਿਫਿਊਜ਼ ਹੋ ਜਾਂਦਾ ਕਿਸੇ ਨਾ ਕਿਸੇ ਕਾਰਨ ਕਰਕੇ, ਤੇ 100 ਪਾਉਂਡ ਤੋਂ ਲੈ ਕੇ 200 ਪਾਉਂਡ ਜਿਹੜਾ ਹੈਗਾ ਉਹ ਮੈਕਸੀਮਮ ਇੱਕ ਯੂਨੀਵਰਸਿਟੀ ਕੱਟਦੀ ਹੈ। ਉਹ ਕੱਟ ਕੇ ਤੁਹਾਨੂੰ ਬਾਕੀ ਸਾਰੀ ਫੀਸ ਹੈ ਉਹ ਵਾਪਸ ਤੁਹਾਡੇ ਖਾਤੇ ਵਿੱਚ ਆ ਜਾਏਗੀ ਜਿਸ ਖਾਤੇ 'ਚੋਂ ਗਈ ਹੈਗੀ ਹੈ। ਹੁਣ ਇਹਦੇ ਵਿੱਚ ਇੱਕ ਚੀਜ਼ ਆਉਂਦੀ ਹੈ ਕਿ ਇਹ ਇੱਥੋਂ ਪਰੇਸ਼ਾਨੀ ਆਉਂਦੀ ਹੈ ਕਿ ਜਦੋਂ ਇੱਕ ਬੱਚੇ ਨੂੰ ਲੱਗਦਾ ਕਿ ਮੇਰੀ 6 ਲੱਖ ਰੁਪਇਆ ਫੀਸ ਹੈ, ਇਹ ਪਤਾ ਨਹੀਂ ਵਾਪਸ ਆਣੀ ਕਿ ਨਹੀਂ ਆਣੀ। ਫਿਰ ਬੱਚੇ ਨੂੰ ਲੱਗਦਾ ਕਿ ਐਮਬੈਸੀ ਫੀਸ ਹੈ ਮੇਰੀ, ਉਹ ਵਾਪਸ ਆਏਗੀ ਕਿ ਨਹੀਂ ਆਏਗੀ। ਦੋਸਤੋ UK ਦਾ ਸਕਸੈਸ ਰੇਟ ਸਾਡਾ 100% ਰਿਹਾ ਹੋਇਆ। 100% ਅਸੀਂ ਵੀਜ਼ਾਸ ਲਏ ਹੋਏ ਆ। ਸੋ ਜਿਹੜੇ ਬੱਚੇ ਇਸ ਵੇਲੇ ਅਪਲਾਈ ਕਰਨਾ ਚਾਹੁੰਦੇ, ਅਗਰ ਉਹਨਾਂ ਦਾ ਕਾਸਟ ਲੈਟਰ ਆ ਗਿਆ ਤਾਂ ਉਹ ਤੁਹਾਡਾ ਵੀਜ਼ਾ 100% ਹੀ ਲੈ ਕੇ ਚੱਲੋ ਕਿ ਵੀਜ਼ੇ ਦੇ ਰਿਫਿਊਜ਼ਲ ਦੇ ਚਾਂਸਸ ਬਹੁਤ ਘੱਟ ਹੈਗੇ ਆ, ਅਨਲੈਸ ਔਰ ਅੰਟਿਲ ਤੁਹਾਡੀ ਕੋਈ ਇੰਟਰਵਿਊ ਨਹੀਂ ਆਏਗੀ। ਮੈਂ ਤੁਹਾਨੂੰ ਇਹ ਚੀਜ਼ ਕਹਿੰਦਾ ਪਿਆ, ਕੋਵਿਡ ਡਿਊ ਟੂ ਕੋਵਿਡ ਕਰਕੇ ਇਸ ਵੇਲੇ ਹਰੇਕ ਕੰਟਰੀ ਨੂੰ ਜਿਹੜੇ ਬੱਚੇ ਜਿਹੜੇ ਭਰਾ ਮੇਰੇ ਬਾਹਰ ਜਾਣਾ ਚਾਹੁੰਦੇ ਆ ਇਸ ਵੇਲੇ ਤਿਆਰ ਹੋ ਜਾਓ। ਚਾਹੇ ਬੈਂਡ ਘੱਟ ਹੈ, ਚਾਹੇ ਬੈਂਡ ਦੇ ਨਹੀਂ ਹੈਗੇ, ਹਰ ਕੰਟਰੀ ਤੁਹਾਨੂੰ ਇਸ ਵੇਲੇ ਵੀਜ਼ਾ ਦੇਣ ਨੂੰ ਤਿਆਰ ਬੈਠੀ ਹੈ, ਚਾਹੇ ਉਹ ਕੈਨੇਡਾ, ਚਾਹੇ ਆਸਟ੍ਰੇਲੀਆ, ਚਾਹੇ ਨਿਊਜ਼ੀਲੈਂਡ, ਚਾਹੇ UK।
ਔਰ ਹਰ ਕੰਟਰੀ ਤੁਹਾਨੂੰ ਤਿਆਰ ਬੈਠੀ ਹੈ ਤੁਹਾਨੂੰ ਉੱਥੇ ਬੁਲਾ ਕੇ ਔਰ ਤੁਹਾਨੂੰ ਅੱਛੀ ਐਜੂਕੇਸ਼ਨ ਦੇਣ ਤੋਂ ਬਾਅਦ 'ਚ ਤੁਹਾਨੂੰ ਉੱਥੇ ਸੈਟਲਮੈਂਟ ਕਰਨ ਦੇ ਵੇ ਆਊਟ ਵੀ ਦੇਗੀ, ਕਿਉਂਕਿ ਜਿਹੜੀ ਕੰਟਰੀ ਸੈਟਲਮੈਂਟ ਦਾ ਵੇ ਆਊਟ ਨਹੀਂ ਦੇਗੀ ਕੋਈ ਵੀ ਬੱਚਾ ਉੱਥੇ ਜਾ ਕੇ ਪੜ੍ਹੇਗਾ ਨਹੀਂ। ਫੋਰ ਐਗਜ਼ਾਮਪਲ ਅਸੀਂ ਗੱਲ ਕਰ ਲੈਂਦੇ ਹਾਂ ਕਿ ਬੱਚਾ ਇਸ ਵੇਲੇ, ਹੁਣ ਅਸੀਂ ਇਸ ਪ੍ਰੋਫਾਈਲ ਦਾ ਕੀ ਕਰਦੇ ਸੀ ਜਦੋਂ ਬੱਚੇ ਦੇ 5 ਸਾਲ ਹੋ ਗਏ, ਗੈਪ ਹੈਗਾ, ਪਰਸੈਂਟੇਜ ਘੱਟ ਹੈ, ਆਇਲਸ ਕਰ ਨਹੀਂ ਪਾ ਰਿਹਾ, ਜਿੰਨੀ ਵਾਰੀ ਆਇਲਸ ਕੀਤੀ 5.5 ਬੈਂਡ 5 ਬੈਂਡ ਤੋਂ ਜ਼ਿਆਦਾ ਬੈਂਡ ਨਹੀਂ ਆ ਰਹੇ, ਉਸ ਬੱਚੇ ਦੀ ਕੀ ਆਪਸ਼ਨ ਸੀ? ਉਸ ਬੱਚੇ ਨੂੰ ਸਿੰਗਾਪੁਰ, ਸਾਈਪਰਸ ਇੱਦਾਂ ਦੀਆਂ ਕੰਟਰੀਆਂ 'ਚ ਭੇਜਿਆ ਜਾਂਦਾ ਸੀ। ਪਰ ਅੱਜ ਤੁਹਾਨੂੰ ਯੂਕੇ ਨੇ ਇੱਕ ਆਪਸ਼ਨ ਦਿੱਤੀ ਹੈ ਕਿ ਤੁਸੀਂ ਯੂਕੇ ਦੇ ਵਿੱਚ ਅਪਲਾਈ ਕਰ ਸਕਦੇ ਹੋ। ਕਿ ਤੁਹਾਡੇ ਇੱਕ ਦੋ ਕੰਟਰੀ ਤੋਂ ਰਿਫਿਊਜ਼ਲ ਵੀ ਹੈਗੀਆਂ, ਫਿਰ ਵੀ ਤੁਸੀਂ ਯੂਕੇ ਅਪਲਾਈ ਕਰ ਸਕਦੇ ਹੋ। ਸੋ ਇਸ ਤੋਂ ਜ਼ਿਆਦਾ ਬੈਟਰ ਚੀਜ਼ਾਂ ਹੋ ਨਹੀਂ ਸਕਦੀਆਂ। ਕੁਝ ਯੂਨੀਵਰਸਿਟੀਜ਼ ਦਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜੀਆਂ ਯੂਨੀਵਰਸਿਟੀਜ਼ ਇਸ ਵੇਲੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ। ਯੂਨੀਵਰਸਿਟੀ ਆਫ ਈਸਟ ਲੰਡਨ ਲੰਡਨ ਦੇ ਵਿੱਚ ਹੈ, ਰੋਹੈਂਪਟਨ ਯੂਨੀਵਰਸਿਟੀ ਲੰਡਨ ਦੇ ਵਿੱਚ ਹੈ, ਬਰਮਿੰਘਮ ਸਿਟੀ ਯੂਨੀਵਰਸਿਟੀ ਬਰਮਿੰਘਮ ਜਿਹੜੀ ਕਿ ਲੰਡਨ ਤੋਂ 2 ਘੰਟੇ ਰਨ ਦੇ ਉੱਤੇ ਹੈਗੀ ਆ। ਯੂਨੀਵਰਸਿਟੀ ਆਫ ਵੈਸਟ ਲੰਡਨ ਇਸ ਵੇਲੇ ਵਿਦਆਊਟ ਆਇਲਸ, ਉਹ ਬੱਚੇ ਪੰਜਾਬ ਬੋਰਡ ਦੇ ਨਹੀਂ ਲੈ ਰਹੀ। ਕਈ ਯੂਨੀਵਰਸਿਟੀਆਂ ਰਿਜਿਡ ਹੈਗੀਆਂ, ਮੈਂ ਮੰਨ ਲੈਂਦਾ ਕਿ ਉਹ ਆਪਣੇ ਉੱਥੇ ਤਰੀਕੇ ਦੇ ਉੱਤੇ ਅੜੀਆਂ ਹੋਈਆਂ ਕਿ ਅਸੀਂ ਪੰਜਾਬ ਦੇ ਸਟੂਡੈਂਟ ਜਿਹੜੇ ਵਿਦਆਊਟ ਆਇਲਸ ਨਹੀਂ ਲੈਣਾ। ਵੋਲਵਰਹੈਂਪਟਨ ਯੂਨੀਵਰਸਿਟੀ ਇਸ ਵੇਲੇ ਵਿਦਆਊਟ ਆਇਲਸ ਅਸੈਪਟ ਕਰਦੀ ਪਈ ਹੈ। ਪੋਲੀਮੌਕਸ ਯੂਨੀਵਰਸਿਟੀ ਹੈ, ਵਿਦਆਊਟ ਆਇਲਸ ਅਸੈਪਟ ਕਰਦੀ ਪਈ ਹੈ। ਸਟਰਲਿੰਗ ਯੂਨੀਵਰਸਿਟੀ ਸਕਾਟਲੈਂਡ ਦੀ ਹੈ, ਇਹ ਵੀ ਯੂਨੀਵਰਸਿਟੀ ਵਿਦਆਊਟ ਆਇਲਸ ਅਸੈਪਟ ਕਰ ਰਹੀ ਹੈ। ਮਿਡਲਸੈਕਸ ਯੂਨੀਵਰਸਿਟੀ ਲੰਡਨ ਦੀ ਹੈ, ਇਹ ਵਿਦਆਊਟ ਆਇਲਸ ਅਸੈਪਟ ਕਰਦੀ ਪਈ। ਕਾਰਡਿਫ ਮੈਟਰੋਪੋਲੀਟਨ ਯੂਨੀਵਰਸਿਟੀ ਹੈ, ਸੇਂਟ ਮੈਰੀ ਯੂਨੀਵਰਸਿਟੀ ਹੈ, ਹਰਟਫੋਰਡਸ਼ਾਇਰ ਯੂਨੀਵਰਸਿਟੀ ਹੈ, ਲੰਡਨ ਸਾਊਥ ਬੈਂਕ ਯੂਨੀਵਰਸਿਟੀ ਆਫ ਚੈਸਟਰ ਹੈ। ਫਿਰ ਸਾਡੇ ਕੋਲ ਜਿਹੜੀ ਚੈਸਟਰ ਹੈ 3.5 ਘੰਟੇ ਦਾ ਰਨ ਹੈ ਜਿਹੜਾ ਯੂਕੇ ਦੇ ਉੱਤੋਂ ਲੰਡਨ ਤੋਂ ਜਿਹੜੀ ਹੈਗੀ ਹੈ। ਫਿਰ ਯੂਨੀਵਰਸਿਟੀ ਆਫ ਵੈਸਟ ਸਕਾਟਲੈਂਡ ਜਿਹੜਾ ਕੈਂਪਸ ਲੰਡਨ ਔਰ ਸਕਾਟਲੈਂਡ ਦੋਨੋਂ ਹੀ ਸਾਡੇ ਕੋਲ ਅਵੇਲੇਬਲ ਹੈ। ਯੂਨੀਵਰਸਿਟੀ ਆਫ ਬੈਡਫੋਰਡਸ਼ਾਇਰ ਵਿਦਆਊਟ ਆਇਲਸ ਅਸੈਪਟ ਕਰਦੀ ਪਈ ਹੈ। ਯੂਨੀਵਰਸਿਟੀ ਆਫ ਕੰਬਰੀਆ, ਐਂਗਲੀਆ ਰਸਕਿਨ, ਲੀਡ ਬੈਕਟ ਐਂਡ ਡੀ ਮੌਂਟਫੋਰਟ ਯੂਨੀਵਰਸਿਟੀ, ਇਹ ਸਾਰੀਆਂ ਯੂਨੀਵਰਸਿਟੀਜ਼ ਇਸ ਵੇਲੇ ਇਹਨਾਂ ਸਾਰਿਆਂ ਦੇ ਵਿੱਚ ਇੰਜੀਨੀਅਰਿੰਗ ਦੇ ਕੋਰਸ, ਨਰਸਿੰਗ ਦੇ ਕੋਰਸ, ਟੀਚਿੰਗ ਦੇ ਕੋਰਸ, ਅਰਲੀ ਚਾਈਲਡਹੁੱਡ ਦੇ ਕੋਰਸ, ਕਲਨਰੀ ਆਰਟਸ, ਫਿਰ ਜਿਹੜੇ ਹੈਗੇ ਇਸ ਤੋਂ ਬਾਅਦ ਚੋਂ ਜਦੋਂ ਅਸੀਂ ਗੱਲ ਕਰਦੇ ਹਾਂ ਬਿਜ਼ਨਸ ਦੇ ਕੋਰਸ, ਇਹਨਾਂ ਸਾਰੀਆਂ ਯੂਨੀਵਰਸਿਟੀ 'ਚ ਜਨਵਰੀ ਔਰ ਮਈ ਇਨਟੇਕ ਦੇ ਵਿੱਚ ਵੀ ਹੁੰਦੇ ਆ। ਸੋ ਇਸ ਵੇਲੇ ਇਹਨਾਂ ਸਾਰੀਆਂ ਯੂਨੀਵਰਸਿਟੀਜ਼ ਦੇ ਵਿੱਚ ਤੁਸੀਂ ਵਿਦਆਊਟ ਆਇਲਸ ਅਪਲਾਈ ਕਰ ਸਕਦੇ ਹੋ। ਦੋਸਤੋ, ਜਿਹੜੇ ਬੱਚੇ ਅਪਲਾਈ ਕਰਨਾ ਚਾਹੁੰਦੇ ਆ ਆਨਲਾਈਨ ਸਾਨੂੰ ਫੋਨ ਦੇ ਉੱਤੇ ਸਾਡੇ ਕੋਲ ਫ੍ਰੀ ਕਾਉਂਸਲਿੰਗ ਲੈ ਸਕਦੇ ਆ। ਫ੍ਰੀ ਆਫ ਕਾਸਟ ਅਸੀਂ ਆਫਰ ਲੈਟਰ ਪ੍ਰੋਵਾਈਡ ਕਰ ਰਹੇ ਹਾਂ। ਕੋਈ ਅਸੀਂ ਆਫਰ ਲੈਟਰ ਦੇ ਚਾਰजेस ਤੁਹਾਡੇ ਕੋਲੋਂ ਨਹੀਂ ਲੈ ਰਹੇ। ਤੁਸੀਂ ਸਾਨੂੰ ਸਿਰਫ ਸਾਡੀ ਈਮੇਲ ਆਈਡੀ ਜਾਂ WhatsApp ਨੰਬਰ ਦੇ ਉੱਤੇ ਡਾਕੂਮੈਂਟ ਸੈਂਡ ਕਰਨੇ ਆ। ਅਸੀਂ ਉਸ ਡਾਕੂਮੈਂਟ ਨੂੰ ਪ੍ਰੋਸੈਸ ਕਰਕੇ ਤੁਹਾਨੂੰ ਜਿਹੜਾ ਹੈਗਾ ਤੁਹਾਡੀ ਜਿਹੜੀ ਆਫਰ ਲੈਟਰ ਵਿਦਿਨ ਵੀਕਸ ਟਾਈਮ ਤੁਹਾਨੂੰ ਅਸੀਂ ਪ੍ਰੋਵਾਈਡ ਕਰ ਦਿੰਦੇ। ਆਫਰ ਲੈਟਰ ਦੇ ਲਈ ਜਿਹੜੇ ਫਾਰਮ ਫਿਲ ਕਰਨੇ ਆ, ਦੈਟ ਇਜ਼ SOP, CV, ਇਹ ਸਾਡੀ ਟੀਮ ਜਿਹੜੀ ਹੈਗੀ ਆਟੋਮੈਟਿਕਲੀ ਮੈਨੇਜ ਕਰ ਲੇਗੀ। ਤੁਹਾਡੇ ਕੋਲੋਂ ਜਿਹੜੀ ਚੀਜ਼ ਤੁਹਾਨੂੰ ਅਗਰ ਇੰਟਰਵਿਊ ਦੀ ਪ੍ਰੈਪਰੇਸ਼ਨ ਕਰਾਉਣੀ, ਉਹਦੇ ਲਈ ਵੀ ਤੁਹਾਨੂੰ ਆਫਿਸ ਆਉਣ ਦੀ ਲੋੜ ਨਹੀਂ ਹੈ। ਮੈਂ ਤੁਹਾਨੂੰ ਪਰਸਨਲੀ 1 ਘੰਟੇ ਦੀ ਟ੍ਰੇਨਿੰਗ ਦੇ ਕੇ ਜ਼ੂਮ ਦੇ ਉੱਤੇ ਬੈਠ ਕੇ ਤੁਹਾਨੂੰ ਟ੍ਰੇਨਿੰਗ ਦੇ ਸਕਦਾ। ਜਿਹੜੀਆਂ ਨਵੀਆਂ ਐਪਲੀਕੇਸ਼ਨਸ ਆ ਰਹੀਆਂ ਇਹਦੇ ਤੇ ਬੈਠ ਕੇ ਤੁਹਾਨੂੰ ਟੈਕਨੋਲੋਜੀ ਦਾ ਯੂਜ਼ ਕਰਕੇ ਘਰੇ ਬੈਠ ਕੇ ਜਿਹੜੀ ਹਰ ਚੀਜ਼ ਹੋ ਸਕਦੀ। ਤੁਹਾਨੂੰ ਟਰੈਵਲ ਕਰਕੇ ਆਉਣ ਦੀ ਲੋੜ ਨਹੀਂ ਹੈ। 4-4 ਘੰਟੇ ਤੁਹਾਨੂੰ ਕਈ ਵਾਰੀ ਟਰੈਵਲ ਕਰਕੇ ਆਉਣਾ ਪੈਂਦਾ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਬੱਸਾਂ 'ਚ ਧੱਕੇ ਖਾਓ, ਕਿਉਂਕਿ ਕੋਵਿਡ ਦਾ ਟਾਈਮ ਹੈਗਾ। ਅਸੀਂ ਆਪਣੀ ਸਿਹਤ ਦਾ ਵੀ ਖਿਆਲ ਰੱਖਣਾ। ਤੁਸੀਂ ਘਰ ਬੈਠ ਕੇ ਅਪਲਾਈ ਕਰੋ, ਚਾਹੇ ਤੁਸੀਂ ਆਪਣੀ ਕਾਰ 'ਤੇ ਆ ਰਹੇ ਹੋ, ਚਾਹੇ ਬੱਸ 'ਤੇ ਆ ਰਹੇ ਹੋ, ਚਾਹੇ ਤੁਸੀਂ ਸਾਡੇ ਆਫਿਸ ਆ ਰਹੇ ਹੋ ਜਾਂ ਕਿਤੇ ਵੀ ਜਾ ਰਹੇ ਹੋ। ਇਸ ਵੇਲੇ ਟਾਈਮ ਹੈਗਾ ਕਿ ਹਲੇ ਥੋੜ੍ਹੇ ਦਿਨ ਹੋਰ ਘਰ ਬੈਠੀਏ, ਥੋੜ੍ਹੇ ਦਿਨ ਹੋਰ ਜਿਹੜਾ ਹੈਗਾ ਕੋਵਿਡ ਦੇ ਨਾਲ ਲੜੀਏ। ਅਤੇ ਤਾਂ ਕਿ ਜਿਹੜਾ ਆਉਣ ਵਾਲਾ ਮੌਸਮ ਹੈ, ਆਉਣ ਵਾਲਾ ਟਾਈਮ ਹੈ, ਅਸੀਂ ਕਰੋਨਾ ਸਾਡੇ ਲਈ ਕੋਈ ਬਹੁਤਾ ਜ਼ਿਆਦਾ, ਅਸੀਂ ਜਿਸ ਤਰੀਕੇ ਨਾਲ ਬਾਜ਼ਾਰਾਂ 'ਚ ਰਸ਼ ਹੋ ਗਿਆ, ਮੈਂ ਨਹੀਂ ਚਾਹੁੰਦਾ ਕਿ ਉਹਦੇ ਨਾਲ ਸਾਨੂੰ ਕੋਈ ਬਹੁਤਾ ਨੁਕਸਾਨ ਹੋਵੇ। ਅਸੀਂ ਆਪਣੀ ਸਿਹਤ ਦਾ ਆਪ ਖਿਆਲ ਰੱਖੀਏ। ਸੋ ਉਮੀਦ ਹੈ ਦੋਸਤੋ ਇਸ ਪ੍ਰੋਗਰਾਮ ਨੂੰ ਤੁਸੀਂ ਬਹੁਤ ਲਾਈਕ ਕਰਦੇ ਹੋ, ਬਹੁਤ ਸ਼ੇਅਰ ਕਰਦੇ ਹੋ। ਆਲਰੇਡੀ ਸਾਡੇ ਕੋਲ ਕੈਨੇਡਾ ਦੀਆਂ ਬਹੁਤ ਸਾਰੀਆਂ ਐਪਲੀਕੇਸ਼ਨ ਲਾਸਟ ਮੇਰੇ ਲਾਈਵ ਤੋਂ ਬਾਅਦ 'ਚ ਬਹੁਤ ਸਾਰੀਆਂ ਕੈਨੇਡਾ ਦੀਆਂ ਸਾਡੇ ਕੋਲ ਐਪਲੀਕੇਸ਼ਨਸ ਆਈਆਂ। $100 ਉਹਨਾਂ ਨੇ ਪੇ ਵੀ ਕਰ ਚੁੱਕੇ ਸਾਨੂੰ। ਮੈਨੂੰ ਉਮੀਦ ਹੈ ਕਿ ਅਸੀਂ ਅਗਲੇ ਹਫ਼ਤੇ ਦੇ ਵਿੱਚ ਉਹਨਾਂ ਨੂੰ ਸਾਰੀਆਂ ਆਫਰ ਲੈਟਰਸ ਡਿਸਟਰੀਬਿਊਟ ਕਰ ਦਾਂਗੇ। ਜਿਹੜੇ ਬੱਚੇ ਯੂਕੇ ਵੀ ਅਪਲਾਈ ਕਰਨਾ ਚਾਹੁੰਦੇ, ਕਿਉਂ ਯੂਕੇ ਤਾਂ ਬਹੁਤ ਈਜ਼ੀ ਆ, ਕੋਈ ਵੀ ਪੈਸਾ ਤੁਸੀਂ ਸਾਨੂੰ ਪੇ ਨਹੀਂ ਕਰਨਾ ਇਨ ਐਡਵਾਂਸ। ਆਫਰ ਲੈਟਰ ਫ੍ਰੀ ਆਫ ਕਾਸਟ ਅਸੀਂ ਤੁਹਾਨੂੰ ਦੇ ਰਹੇ ਹਾਂ। ਆਫਰ ਤੋਂ ਬਾਅਦ 'ਚ ਨਾਲ ਹੀ ਤੁਹਾਡੀ ਜਿਹੜੀ ਪ੍ਰੋਸੈਸਿੰਗ ਅਸੀਂ ਕੋਈ ਚਾਰਜ ਐਡਵਾਂਸ ਨਹੀਂ ਕਰ ਰਹੇ। ਤੁਹਾਡੀ ਸਪਾਊਸ ਕੇਸ ਨਾਲ ਚੱਲ ਰਿਹਾ ਤੁਹਾਡਾ। ਈਵਨ ਮੈਂ ਫਿਰ ਗੱਲ ਕਰ ਰਿਹਾ ਪੈਕੇਜ ਨੂੰ ਨਾ ਕਰਿਆ ਕਰੋ ਦੋਸਤੋ, ਕਿਉਂਕਿ ਪੈਕੇਜ ਦੇ ਵਿੱਚ ਤੁਹਾਡੇ ਨਾਲ ਮੋਟੀ ਠੱਗੀ ਹੁੰਦੀ ਹੈ। ਕਿਉਂਕਿ ਪੈਕੇਜ ਵਿੱਚ ਮੈਂ ਦੇਖਦਾ ਕੰਸਲਟੈਂਟ ਪਹਿਲਾਂ ਤਾਂ ਤੁਹਾਨੂੰ ਯੂਨੀਵਰਸਿਟੀ ਨਹੀਂ ਦੱਸਦੇ ਆ, ਅਤੇ ਤੁਹਾਡੀ ਫੀਸ ਕਿੰਨੀ ਜਾ ਰਹੀ ਉਹ ਨਹੀਂ ਦੱਸਦੇ। ਜੇ ਫੀਸ ਦੱਸ ਦਿੰਦੇ ਤਾਂ ਤੁਹਾਡਾ ਫਿਰ ਵੀ 5-5 ਲੱਖ ਰੁਪਏ ਤੱਕ ਦਾ ਮਾਰਜਨ ਤੁਹਾਡਾ ਇੱਕ ਕੰਸਲਟੈਂਟ ਵੱਲੋਂ ਰੱਖਿਆ ਜਾ ਰਿਹਾ। ਇਹ ਬਹੁਤ ਲੁੱਟ ਖਸੁੱਟ ਹੈ। ਤੁਹਾਨੂੰ ਮੈਂ ਪ੍ਰੋਮਿਸ ਕਰਦਾ ਕਿ ਅਗਰ ਕੋਈ ਕੇਸ ਅਸੀਂ ਫੜ ਕੇ ਤੁਹਾਡਾ ਇੱਕ ਅੰਜਾਮ ਤੱਕ ਪਹੁੰਚਦੇ, ਤੁਹਾਡਾ ਨੁਕਸਾਨ ਨਹੀਂ ਹੋਣ ਦਿੰਦੇ, ਤੁਹਾਨੂੰ ਕਿਤੇ ਨਾ ਕਿਤੇ ਪਹੁੰਚਾਵਾਂਗੇ, ਤੁਹਾਡੇ ਵੀਜ਼ੇ ਤੱਕ ਪਹੁੰਚਾਵਾਂਗੇ। ਇਸ ਕਰਕੇ ਸਾਡੇ 'ਤੇ ਭਰੋਸਾ ਰੱਖੋ। ਹੋਪ ਜਿਹੜੀ ਹੈਗੀ, ਅਸੀਂ ਸਾਡੀ ਕੰਪਨੀ ਦਾ ਨਾਮ ਹੀ ਉਸ ਤਰੀਕੇ ਨਾਲ ਰੱਖਿਆ ਹੋਇਆ, ਹਰਨੀਤ ਓਵਰਸੀਜ਼ ਪਾਥਵੇ ਐਜੂਕੇਸ਼ਨ, HOPE, ਹੋਪ ਮਤਲਬ ਕਿ ਉਮੀਦ ਦੀ ਕਿਰਨ। ਉਹ ਤੁਸੀਂ ਸਾਡੇ 'ਤੇ ਇਮਾਨਦਾਰੀ ਦੇ ਉੱਤੇ ਸਾਡੀ ਇਮਾਨਦਾਰੀ ਦੇ ਉੱਤੇ ਤੁਸੀਂ ਸਾਡੇ ਟਰਸਟ ਕਰ ਸਕਦੇ ਹੋ ਕਿ ਜਿਹੜੀ ਚੀਜ਼ ਦੱਸਾਂਗੇ ਉਸੇ ਚੀਜ਼ ਦੇ ਉੱਤੇ ਰਵਾਂਗੇ।
ਤੁਹਾਡੇ ਪੈਸੇ ਜਿਹੜੇ ਹੈਗੇ ਉਹ ਘੱਟੋ ਘੱਟ ਥਾਵਾਂ ਦੇ ਉੱਤੇ ਜਿਹੜੇ ਹੈਗੇ ਆ ਵੇਸਟ ਨਹੀਂ ਹੋਣ ਦੇਵਾਂਗੇ। ਕਿਸੇ ਵੀ ਥਾਂ ਦੇ ਉੱਤੇ ਜਿੱਥੋਂ ਬਚ ਸਕਦੇ ਆ ਉਹ ਬਚਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਜਿਹੜੀ ਸਕੋਲਰਸ਼ਿਪਸ ਹੈ ਉਹ ਤੁਹਾਡੇ ਕੋਲ ਜ਼ਿਆਦਾ ਤੋਂ ਜ਼ਿਆਦਾ ਲੈ ਕੇ ਦੇਣ ਦੀ ਕੋਸ਼ਿਸ਼ ਕਰਾਂਗੇ। ਹੁਣ 2,500 ਪਾਉਂਡ ਦੀ ਸਕੋਲਰਸ਼ਿਪ, ਮਤਲਬ 2.5 ਲੱਖ ਰੁਪਇਆ। ਮੈਂ ਦੇਖਦਾ ਕਈ ਕੰਸਲਟੈਂਟ ਸਕੋਲਰਸ਼ਿਪ ਦੇ ਨਾਂ 'ਤੇ ਵੀ ਤੁਹਾਨੂੰ ਲੁੱਟ ਦਿੰਦੇ ਕਿ ਮੈਂ ਤੇਰਾ 2.5 ਲੱਖ ਬਚਾਊਂਗਾ, ਮੈਂ 50,000 ਰੁਪਇਆ ਲੈਣਾ ਇੱਥੇ, ਜਾਂ ਮੈਂ ਲੱਖ ਰੁਪਇਆ ਲੈਣਾ। ਦੋਸਤੋ, ਕਿਸੇ ਬੱਚੇ ਦੇ ਕਿਸੇ ਏਜੰਟ ਦੇ ਹੱਥ ਨਹੀਂ ਹੈ ਸਕੋਲਰਸ਼ਿਪ ਦੇਣੀ। ਇਹ ਸਕੋਲਰਸ਼ਿਪ ਦੇਣੀ ਯੂਨੀਵਰਸਿਟੀ ਨੇ ਦੇਣੀ ਹੈ। ਅਗਰ ਉਹ ਦੇ ਰਹੀ ਹੈ ਤਾਂ ਉਹ ਦੇ ਰਹੀ ਹੈ, ਅਗਰ ਉਹ ਨਹੀਂ ਦੇ ਰਹੀ ਤਾਂ ਉਹ ਨਹੀਂ ਦੇ ਰਹੀ ਹੈ। ਦੈਟ ਇਜ਼ 100% ਸ਼ੋਰ। ਇਸੇ ਤਰ੍ਹਾਂ ਕਿ ਵੀਜ਼ਾ ਵੀ ਜਿਹੜਾ ਹੈਗਾ ਉਹ ਐਮਬੈਸੀ ਦੇ ਹੱਥ ਹੈ। ਕਿ ਕੋਈ ਏਜੰਟ ਇਹ ਕਹਿ ਦੇਵੇ ਕਿ ਮੈਂ ਤੇਰਾ ਵੀਜ਼ਾ ਲਵਾ ਦੂੰ, ਮੈਨੂੰ 5 ਲੱਖ ਰੁਪਏ ਐਕਸਟਰਾ ਚਾਹੀਦਾ, ਨਥਿੰਗ ਪੋਸੀਬਲ। ਤੁਹਾਡਾ ਵੀਜ਼ਾ ਤੁਹਾਡੀ ਪ੍ਰੋਫਾਈਲ ਦੇ ਉੱਤੇ ਲੱਗਣਾ, ਤੁਹਾਡੀ ਪ੍ਰੋਫਾਈਲ, ਤੁਹਾਡੀ ਯੂਨੀਵਰਸਿਟੀ, ਤੁਹਾਡੇ ਅਗਰ ਇਹ ਇਮਾਨਦਾਰੀ ਦੇ ਨਾਲ ਤੁਹਾਡੀ ਫਾਈਲ ਲੱਗੇਗੀ, ਤੁਹਾਡੀ ਫਾਈਲ ਇਮਾਨਦਾਰੀ ਦੇ ਨਾਲ, ਇਮਾਨਦਾਰ ਤਰੀਕੇ ਦੇ ਨਾਲ ਉਹਦੇ 'ਤੇ ਕੋਰਸ ਜਿਹੜਾ ਚੂਜ਼ ਕੀਤਾ ਜਾਏਗਾ, ਉਹਦੀ ਫਾਈਲ ਨੂੰ ਪ੍ਰੋਪਰਲੀ ਚੈੱਕ ਕੀਤਾ ਜਾਏਗਾ, ਤੇ 100% ਦਾ ਤੁਹਾਡਾ ਵੀਜ਼ਾ ਆਏਗਾ ਹੀ ਆਏਗਾ। ਵੀਜ਼ਾ ਰਿਫਿਊਜ਼ ਹੋਣ ਦੇ ਚਾਂਸਸ ਉਦੋਂ ਹੁੰਦੇ ਜਦੋਂ ਫਾਈਲ ਦੇ ਉੱਤੇ ਅਣਗਹਿਲੀ ਕੀਤੀ ਹੋਵੇ, ਕੋਈ ਨਾ ਕੋਈ ਚੀਜ਼ ਮਿਸ ਕਰਕੇ ਹੋਵੇ। ਯੂਕੇ ਦੇ ਵਿੱਚ ਖਾਸ ਕਰਕੇ, ਯੂਕੇ ਕਦੀ ਵੀ ਕੇਸ ਜਿਹੜਾ ਹੈਗਾ ਤੁਹਾਡਾ ਰਿਫਿਊਜ਼ ਇਸ ਤਰੀਕੇ ਨਾਲ ਨਹੀਂ ਕਰਦਾ। ਅਗਰ ਯੂਕੇ ਰਿਫਿਊਜ਼ ਕਰਦਾ ਤਾਂ ਪ੍ਰੋਪਰ ਰੀਜ਼ਨ ਵੱਡੇ ਵੱਡੇ ਅੱਖਰਾਂ ਦੇ ਵਿੱਚੋਂ ਲਿਖ ਕੇ ਭੇਜਦਾ ਕਿ ਤੁਹਾਡੇ ਫੰਡ ਦੀ ਪ੍ਰੋਬਲਮ ਸੀ ਜਾਂ ਤੁਹਾਡੇ ਕਿਸੇ ਹੋਰ ਚੀਜ਼ ਦੀ ਪ੍ਰੋਬਲਮ ਸੀ। ਸੋ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਫਿਰ ਇੱਕ ਵਾਰੀ ਰਿਪੀਟ ਕਰ ਦਿੰਦਾ, +2 ਵਾਲੇ ਬੱਚਿਆਂ ਲਈ ਸਪਟੈਂਬਰ ਇਨਟੇਕ ਬਹੁਤ ਜ਼ਰੂਰੀ ਹੈ, ਕਿਉਂਕਿ ਜਿੰਨੇ ਇੰਜੀਨੀਅਰਿੰਗ ਦੇ ਕੋਰਸਿਸ ਹੈ ਉਹ ਸਾਰੇ +2 ਦੇ ਵਿੱਚ ਹੈ, ਜਿੰਨੇ ਹੌਸਪਿਟੈਲਿਟੀ ਦੇ ਕੋਰਸਿਸ ਆ ਉਹ ਸਾਰੇ ਸਪਟੈਂਬਰ ਦੇ ਵਿੱਚ ਹੈਗੇ ਆ। ਇਸ ਇਨਟੇਕ ਨੂੰ ਮਿਸ ਨਾ ਕਰੋ। ਇਸ ਇਨਟੇਕ ਨੂੰ ਤੁਸੀਂ ਫੋਲੋ ਕਰਕੇ ਤੁਹਾਨੂੰ ਬੈਚਲਰ ਤੋਂ ਬਾਅਦ 'ਚੋਂ ਸਿੱਧੀ ਤੁਹਾਡੀ PR ਹੋ ਜਾਏਗੀ। ਅਦਰਵਾਈਜ਼ ਤੁਹਾਨੂੰ ਮਾਸਟਰਸ ਕਰਨੀ ਪੈ ਸਕਦੀ, 1 ਸਾਲ ਹੋਰ ਪੜ੍ਹਨਾ ਪੈ ਸਕਦਾ, 1 ਸਾਲ ਦਾ 13-14 ਲੱਖ ਰੁਪਈਆ ਹੋਰ ਭਰਨਾ ਪੈ ਸਕਦਾ ਉੱਥੇ ਯੂਕੇ ਜਾਣ ਦੇ ਸੁਪਨਾ ਦੇਖਦੇ ਪਏ ਆ। ਜਿਹੜੇ ਬੱਚੇ ਮਾਸਟਰ ਕਰਨ ਜਾ ਰਹੇ, ਜਿਹੜੇ ਬੱਚੇ, ਉਹਨਾਂ ਲਈ ਖਾਸ ਮੈਂ ਤੁਹਾਨੂੰ ਫਿਰ ਇੱਕ ਵਾਰੀ ਰਿਪੀਟ ਕਰ ਦਿੰਦਾ, ਮਾਸਟਰ ਪ੍ਰੋਗਰਾਮ ਜਿਹੜਾ ਕੈਨੇਡਾ ਜਾ ਰਹੇ, ਜੇਕਰ ਤੁਸੀਂ ਸਪਾਊਸ ਨਾਲ ਹੋ, ਮੈਰਿਡ ਹੋ ਤੇ ਕੈਨੇਡਾ ਜਾਓਗੇ, ਤੁਹਾਡੀ ਲਾਈਫ ਜਿਹੜੀ ਹੈਗੀ ਉਹ ਸਟਰਗਲਿੰਗ ਹੋ ਜਾਏਗੀ। ਸਿੰਗਲ ਉੱਥੋਂ ਜਾਣਾ ਪਏਗਾ। ਸਪਾਊਸ ਜਿਹੜਾ ਹੈਗਾ ਕਈ ਵਾਰੀ 6 ਤੋਂ ਲੈ ਕੇ 10-12 ਮਹੀਨੇ ਲੱਗ ਜਾਂਦੇ ਆ ਸਪਾਊਸ ਨੂੰ ਪਹੁੰਚਦੇ ਪਹੁੰਚਦੇ ਤੁਹਾਡੇ ਪਿੱਛੇ, ਤੇ ਕਈ ਵਾਰੀ ਵੀਜ਼ਾ 1-2 ਵਾਰੀ ਰਿਫਿਊਜ਼ ਵੀ ਕਰਾ ਕੇ ਪੈ ਜਾਂਦੇ ਉਹ। ਸੋ ਉਹ ਜਿਹੜੇ ਹੈਗੇ ਆ ਉਹਨਾਂ ਲਈ ਬੈਸਟ ਆਪਸ਼ਨ ਹੈਗੀ ਆ ਯੂਕੇ, ਬਿਕੋਜ਼ ਉਹ ਫੈਮਿਲੀ ਜਿਹੜੀ ਇੱਥੋਂ ਇਕੱਠੀ ਇੱਕੋ ਜਹਾਜ਼ 'ਚ ਬੈਠ ਕੇ ਜਾ ਸਕਦੀ ਹੈ। ਸਪਾਊਸ ਨੂੰ ਫੁੱਲ ਟਾਈਮ ਵਰਕ ਰਾਈਟ ਮਿਲਦੇ ਹੈਗੇ ਆ। ਸੋ ਔਰ ਵਿਦਆਊਟ ਆਇਲਸ, ਇਸ ਤੋਂ ਜ਼ਿਆਦਾ ਹੋਰ ਕੀ ਤੁਹਾਨੂੰ ਇਸ ਵੇਲੇ ਪ੍ਰੋਵਾਈਡ ਕੀਤਾ ਜਾ ਸਕਦਾ। ਈਵਨ ਕਿ ਇਹ ਸਾਰੀ ਉਸ ਤੋਂ ਬਾਅਦ 'ਚ ਪੋਸਟ ਸਟੱਡੀ ਵਰਕ ਪਰਮਿਟ, ਪੁਆਇੰਟ ਬੇਸ ਇਮੀਗ੍ਰੇਸ਼ਨ ਸਿਸਟਮ, ਇਹ ਸਾਰੀਆਂ ਚੀਜ਼ਾਂ ਇਸ ਵੇਲੇ ਤੁਹਾਨੂੰ ਮਿਲਦੀਆਂ ਪਈਆਂ ਯੂਕੇ ਦੇ ਵਿੱਚ। ਤੋਂ ਬੈਟਰ ਹੈ ਕਿ ਯੂਕੇ ਜਿਹੜੀ ਹੈਗੀ ਸੈਕਿੰਡ, ਮੈਂ ਨਹੀਂ ਕਹਿੰਦਾ ਫਸਟ ਪ੍ਰੈਫਰੈਂਸ ਕੈਨੇਡਾ ਹੀ ਹੈ, ਸੈਕਿੰਡ ਪ੍ਰੈਫਰੈਂਸ ਜਿਹੜੀ ਹੈ ਦੈਟ ਸ਼ੁੱਡ ਬੀ ਯੂਕੇ ਆਉਣ ਵਾਲੇ ਦਿਨਾਂ 'ਚ। ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਅੱਛਾ ਲੱਗਿਆ। ਤੁਸੀਂ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰਿਆ ਕਰੋ, ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ, ਤਾਂ ਕਿ ਮੈਂ ਜਿੰਨੀ ਵਾਰੀ ਅੱਗੇ ਆਵਾਂ ਤੇ ਉਹ ਤੁਹਾਡੇ ਲਈ ਬੈਟਰ ਇਨਫੋਰਮੇਸ਼ਨ ਲੈ ਕੇ ਆਵਾਂ। ਨੈਕਸਟ ਲਾਈਵ ਮੇਰਾ ਜਿਹੜਾ ਹੈਗਾ ਜਰਮਨੀ ਸਟੂਡੈਂਟ ਵੀਜ਼ਾ ਲਈ ਹੋਏਗਾ। ਆਸਟ੍ਰੇਲੀਆ ਦੇ ਵਿੱਚ ਕੀ ਚੱਲ ਰਿਹਾ ਉਹਦੇ ਬਾਰੇ ਡਿਸਕਸ ਕਰਾਂਗੇ। ਇੱਕ ਲਾਈਵ ਮੈਂ ਸਪੈਸ਼ਲ ਬਣਾਵਾਂਗਾ ਉਹਨਾਂ ਪੇਰੈਂਟਸ ਵਾਸਤੇ ਜਿਨ੍ਹਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਫੋਰਨ ਐਜੂਕੇਸ਼ਨ ਕਿਉਂ ਜ਼ਰੂਰੀ ਹੈ, ਇੰਡੀਅਨ ਐਜੂਕੇਸ਼ਨ ਤੇ ਫੋਰਨ ਐਜੂਕੇਸ਼ਨ 'ਚ ਡਿਫਰੈਂਸ ਕੀ ਹੈਗਾ। ਮੈਂ ਅੱਜ ਵੀ ਕਈ ਬੱਚਿਆਂ ਨੂੰ, ਕਈ ਪੇਰੈਂਟਸ ਨੂੰ ਇਹ ਲੱਗਦਾ ਕਿ ਹੁਣ ਕੋਵਿਡ ਕਰਕੇ ਬੱਚਿਆਂ ਨੂੰ ਬਾਹਰ ਘੱਟ ਭੇਜਿਆ ਜਾਵੇ ਜਾਂ ਬਾਹਰ ਨਾ ਭੇਜਿਆ ਜਾਵੇ, ਪਤਾ ਨਹੀਂ ਉੱਥੇ ਇੱਦਾਂ ਦੀ ਮਹਾਮਾਰੀ ਫੇਰ ਆ ਗਈ ਜਾਂ ਕੀ ਹੋਏਗਾ। ਇੱਦਾਂ ਦਾ ਕੁਝ ਨਹੀਂ ਹੈਗਾ ਦੋਸਤੋ। ਬੱਚਿਆਂ ਨੂੰ ਬਾਹਰ ਭੇਜਣ ਦੇ ਕਿਹੜੇ ਫਾਇਦੇ ਆ, ਇਹ ਮੈਂ ਤੁਹਾਨੂੰ ਨੈਕਸਟ ਲਾਈਵ ਦੇ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਅੱਜ ਦੇ ਦਿਨ ਲਈ ਇੰਨਾ ਹੀ। ਧੰਨਵਾਦ। ਤੁਹਾਡਾ ਆਪਣਾ ਹਰਦੀਪ ਸਿੰਘ।